ਤੇ ਹੁਣ ਗੋਰਿਆਂ ਦੀ ਧਰਤੀ ਜਾ ਕੇ ਦਾਤਨ ਕਰਦੇ ਹੋਏ ਉਹ ਨਾਲ ਦੇ ਘਰ ਵਿੱਚ ਕੋਈ ਗੋਰਾ ਸੀ, ਉੱਪਰੋਂ ਮੈਨੂੰ ਦੇਖੀ ਜਾਵੇ, ਹੱਸੀ ਜਾਵੇ, ਦੇਖੀ ਜਾਵੇ, ਹੱਸੀ ਜਾਵੇ। ਯਾ ਕੋਕੇ ਜਾ ਕਿ ਭੱਲਾ ਸਾਹਿਬ ਤੇ ਮੈਂ ਜਦੋਂ ਫਸਟ ਟਾਈਮ ਰਿਕਾਰਡਿੰਗ ਕਰਾਉਣ ਗਏ ਜੀ ਸਟੂਡੀਓ ਵਿੱਚ, ਤੇ ਅਸੀਂ ਤਾਂ ਉੱਥੇ ਵੀ ਜਿੱਦਾਂ ਅਸੀਂ ਸਟੇਜ ਤੇ ਕਰਦੇ ਨੇ ਹਿੱਲ ਹਿੱਲ ਕੇ ਤੁਰ ਫਿਰ ਕੇ ਤੇ ਚਵਾਟੇ ਮਾਰ ਕੇ, ਸਾਨੂੰ ਪ੍ਰੋਡਿਊਸਰ ਕਹਿੰਦਾ ਇੱਥੇ ਖੜ ਜਾਓ, ਆਹ ਮਾਈਕ ਆ, ਇਹਦੇ ਮੂਹਰੇ ਖੜੇ ਖੜੇ ਕਮੇਡੀ ਕਰਨੀ ਆ। ਰਿਕਾਰਡਿੰਗ ਕਰਾਈ ਤੇ 4 ਪੀਸ ਉਹਨੇ ਕੈਸਟ ਤਿਆਰ ਕੀਤਾ। ਅੱਛਾ। ਤੇ 20 ਅਕਤੂਬਰ 1988 ਨੂੰ ਮੋਹਨ ਸਿੰਘ ਮੇਲੇ ਤੇ ਰਿਲੀਜ਼ ਕੀਤੀ। ਉਹ ਸਾਰੀ ਕੈਸਟ ਮੇਲੇ ਤੇ ਵਿਕੀ ਸਾਰੀ। ਹਾਂ, ਉਹ ਬੰਦਾ ਖੁਸ਼ ਬੜਾ ਹੋਇਆ। ਉਹ ਸਾਡੇ ਘਰੇ ਜੀ 4-4000 ਰੁਪਏ ਦਾ ਚੈੱਕ ਲੈ ਕੇ ਘਰੇ ਆ ਗਿਆ। ਅੱਛਾ। ਅਸੀਂ ਕਹਿੰਦੇ ਪੈਸੇ ਮਿਲਣਗੇ? ਉਹ ਕਹਿੰਦਾ ਜੀ ਮੈਂ ਕਮਾਏ ਆ। ਤਾਂ ਭੱਲਾ ਸਾਹਿਬ ਲਿਖਣ ਵਿੱਚ ਵੀ ਬਲੈਸਡ ਆ, ਕ੍ਰੀਏਟਿਵਿਟੀ ਬਲੈਸਡ ਆ। ਉਹਨਾਂ ਨੇ ਫਿਰ ਜਾਨ ਪਾ ਕੇ ਛਣਕਾਟੇ ਲਿਖਣੇ, ਤੇ ਫਿਰ ਨੀਲੂ ਆ ਗਏ ਨਾਲ 96 ਜਾ ਕੇ, ਫਿਰ ਨੀਲੂ ਨਾਲ ਰਲ ਕੇ ਤਿੰਨਾਂ ਨੇ ਰਲ ਕੇ ਅਸੀਂ ਯਾਤਰਾ ਸ਼ੁਰੂ ਕਰਤੀ। ਭਾਈ ਕਮਲੀਏ, ਅਮਰੀਕਾ ਜਾ ਤਾਂ ਨੰਗਦੀ ਆ ਤੇ ਜਾਂ ਟੰਗਦੀ ਆ। ਦੇਖਿਆ ਜਾਵੇ ਸਰ, ਜਿਹੜਾ ਇਹ ਸਫ਼ਰ ਸੀਗਾ ਉਸ ਦੇ ਵਿੱਚ ਕਦੋਂ ਆ ਕੇ ਇਹ ਲੱਗਿਆ ਸੀ ਕਿ ਕੁਝ ਅਲੱਗ ਹੀ ਕ੍ਰੀਏਟ ਹੋ ਗਿਆ, ਜਿੱਥੇ ਮਤਲਬ ਲੋਕ ਵੀ ਕਿਤੇ ਦੇਖਿਆ ਤੇ ਪਛਾਣਨ ਲੱਗੇ? ਦੂਰਦਰਸ਼ਨ ਨੇ ਵੀ ਸਾਨੂੰ ਬਹੁਤ ਵੱਡੀ ਪਛਾਣ ਦਿੱਤੀ ਸੀ, ਪਰ ਜਿਹੜੀ ਕੈਸਟ ਕਲਚਰ ਤੋਂ ਬਾਅਦ CD DVD ਨੇ ਯਾਨੀ ਸਾਨੂੰ ਘਰ ਘਰ ਪਹੁੰਚਾਤਾ। ਤੇ ਅਸੀਂ ਉਸ ਕਰਕੇ ਕਹਿ ਲਓ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਉੱਥੇ ਸ਼ੋਆਂ ਵਾਸਤੇ ਜਾਣ ਲੱਗੇ। ਹੈਲੋ, ਕੌਣ ਬੋਲਦਾ? ਜਾ ਭਾਨੋ, ਅਮਰੀਕਾ ਤੋਂ ਮੈਂ ਬੋਲਦਾ ਭਾਨਾ। ਤੇ ਮੈਂ ਸਮਝਦਾ ਵੀ ਛਣਕਾਟਾ ਦਾ ਇੰਜਨ ਭੱਲਾ ਸਾਹਿਬ ਬਣ ਕੇ ਉੱਭਰੇ ਆ, ਹਜੇ ਤੱਕ ਹੈਗੇ ਆ। ਤੇ ਨਾਲ ਨੀਲੂ ਤੇ ਮੈਂ ਡੱਬੇ ਬਣੇ, ਤੇ ਅਸੀਂ ਵੀ ਕੋਸ਼ਿਸ਼ ਕੀਤੀ ਵੀ ਜਿੰਨਾ ਵੀ ਯੋਗਦਾਨ ਪਾ ਸਕੀਏ, ਛਣਕਾਟਾ ਨੂੰ ਲਿਸ਼ਕਾ ਸਕੀਏ। ਐਵੇਂ ਬਹੁਤਾ ਪੁੱਛ ਪਛਾਈ ਕਰਕੇ ਟਾਈਮ ਬਰਬਾਦ ਨਾ ਕਰੋ, ਤੁਹਾਡੀ ਕੁੜੀ ਦੀ ਉਮਰ ਬੀਤਦੀ ਜਾਂਦੀ ਹੈ। ਭਗਵੰਤ ਮਾਨ ਜੀ ਦੀ ਜਿਹੜੀ ਕਮੇਡੀ ਆ, ਉਹ ਪੋਲੀਟੀਕਲ ਸਟਾਰ ਹੁੰਦੇ ਸੀਗੇ, ਤੇ ਉਹਨਾਂ ਦੀ ਸਮਝ ਤੇ ਉਹਨਾਂ ਦੀ ਪਕੜ ਜਿਹੜੀ ਆ ਉਹ ਝਲਕਦੀ ਸੀ। ਤੇ ਮੇਰਾ ਖਿਆਲ ਉਹ ਪਕੜ ਝਲਕ ਕਰਕੇ ਹੀ ਅੱਜ ਇਸ ਕੁਰਸੀ ਤੇ ਬਹਿ ਗਏ। ਸ਼ਰਮਾ ਭਾਜੀ, ਦਿਮਾਗ ਮੇਰਾ ਤੇ ਪੈਸਾ ਤੁਹਾਡਾ, ਕੈਸਟ ਹਿੱਟ। ਮੈਂ ਕਿਹਾ ਜੱਗੀ, ਹਿੱਟ ਤਾਂ ਕੀ, ਇਹ ਕੈਸਟ ਬਣਨੀ ਨਹੀਂ। ਕਹਿੰਦਾ ਕਿਉਂ? ਮੈਂ ਕਿਹਾ ਭਰਾਵਾ, ਮੇਰੇ ਕੋਲ ਪੈਸਾ ਹੈ ਨਹੀਂ, ਤੇਰੇ ਕੋਲ ਦਿਮਾਗ ਹੈ ਨਹੀਂ। ਬਹੁਤ ਖੁਸ਼ੀ ਭੱਲਾ ਸਾਹਿਬ ਨੂੰ ਹੋਈ। ਉਹ ਕਹਿੰਦੇ ਮੈਨੂੰ ਫੋਰਨ ਮੀਡੀਆ ਨੇ ਪਿਛਲੇ 5-7-10 ਸਾਲਾਂ ਤੰਗ ਕਰਤਾ ਸੀਗਾ, ਲੜ ਪਏ। ਭੱਲਾ ਸ਼ਰਮਾ ਜੀ ਨਾਲ ਨਹੀਂ ਹੁੰਦੇ। ਤੈਨੂੰ ਹਾਰਟ ਅਟੈਕ ਹੋ ਗਿਆ ਸੀ? ਆਹੋ ਭਾਈ। ਤੇ ਚੰਦਰੇ ਤੂੰ ਤਾਂ ਜਮਾ ਹੀ ਬੀਤ ਗਿਆ। ਉਹ ਅਪਰੋਚ ਕਰ ਰਹੇ ਭੱਲਾ ਸਾਹਿਬ ਨੂੰ ਕਿ ਆਪਾਂ ਇਹਨੂੰ ਕਿਸੇ ਫਾਰਮੈਟ ਵਿੱਚ ਦੁਬਾਰਾ ਪੇਸ਼ ਕਰੀਏ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਛਣਕਾਟਾ ਬਣ ਸਕੇ। ਤੇ ਜੇ ਮੂਡ ਠੀਕ ਹੋਵੇ ਫੇਰ ਤਾਂ ਮੇਰੇ ਸਾਲੇ ਦੇ ਲਿਬੜੇ ਵਾਲਿਆਂ ਦੀ ਬੱਸ ਨੂੰ 1.5 ਘੰਟਾ ਪਹਿਲਾਂ ਹੀ ਲਾ ਦਿੰਦੇ। ਐਬਸੋਲੂਟ ਦੇਸੀ ਮੁੰਡਾ, ਪਿੱਛੇ ਨਹੀਂ ਉਹ ਹਟਦਾ। ਇੰਚ ਸਾਡਾ ਏ ਉੱਚਾ ਬੱਲੀਏ, ਛੇਤੀ ਦਿਲ ਨਹੀਂ ਹਰਦਾ। ਉਹ ਮੈਂ ਕਿਹਾ ਮੈਂ ਐਬਸੋਲੂਟ ਦੇਸੀ, ਮੈਂ ਕਿਹਾ ਮੈਂ ਲੋਈ ਅਖਤਰ ਸ਼ੇਖਰ ਰਾਏ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਐਬਸੋਲੂਟ ਦੇਸੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅਕਸਰ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਪੰਜਾਬੀ ਕਲਾਕਾਰਾਂ ਦੀ, ਸੋ ਅੱਜ ਵੀ ਮੇਰੇ ਨਾਲ ਇੱਕ ਕਲਾਕਾਰ ਇੱਥੇ ਮੌਜੂਦ ਨੇ, ਪਰ ਉਹਨਾਂ ਬਾਰੇ ਕੁਝ ਦੱਸ ਦੇਣਾ ਚਾਹੁੰਦਾ ਹਾਂ। ਉਹ ਆਪਣੇ ਆਪ ਦੇ ਵਿੱਚ ਇੱਕ ਕਲਾਕਾਰ ਨਹੀਂ ਹੈਗੇ, ਸਗੋਂ ਇੱਕ ਏਰਾ ਨੇ। ਉਹ ਏਰਾ ਜਿਹੜਾ ਸਾਨੂੰ ਅੱਜ ਬਹੁਤ ਜ਼ਿਆਦਾ ਯਾਦ ਆਉਂਦਾ ਹੈ। ਅੱਜ ਸਾਡੇ ਹੱਥਾਂ ਵਿੱਚ ਤੇ ਨਹੀਂ ਰਿਹਾ, ਪਰ ਯਾਦਾਂ ਜੁੜੀਆਂ ਨੇ। ਉਹਨਾਂ ਯਾਦਾਂ ਦੇ ਬਾਰੇ ਅੱਜ ਗੱਲਬਾਤ ਕਰਨ ਲੱਗੇ ਹਾਂ। ਸੋ ਯਾਦਾਂ ਨੇ ਛਣਕਾਟੇ ਦੀਆਂ। ਜਸਵਿੰਦਰ ਭੱਲਾ ਜੀ ਦੇ ਨਾਲ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ। ਬਾਲਮੁਕਨ ਸ਼ਰਮਾ ਜੀ ਮੇਰੇ ਨਾਲ ਨੇ। ਬਹੁਤ-ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸ਼ੇਖਰ ਜੀ, ਥੈਂਕ ਯੂ ਹਮਦਰਦ ਟੀਵੀ। ਤੇ ਮੈਂ ਹਾਂ ਐਬਸੋਲੂਟ ਦੇਸੀ। ਕੀ ਬਾਤ ਹੈ। ਸਰ ਨੇ ਦੱਸਤਾ ਐਬਸੋਲੂਟ ਦੇਸੀ ਨੇ, ਪਰ ਸਰ ਇਹ ਵੀ ਦੱਸਣਾ ਪੈਣਾ ਨਾਲ ਕਿ ਐਬਸੋਲੂਟ ਦੇਸੀ ਖੁਦ ਨੂੰ ਕਿਵੇਂ ਮੰਨਦੇ ਹੋ, ਕਿਵੇਂ ਹੋ ਤੁਸੀਂ ਅੱਜ ਤੱਕ ਐਬਸੋਲੂਟ ਦੇਸੀ? ਸ਼ੇਖਰ ਸੱਚ ਪੁੱਛਦੇ ਹੋ ਤੇ ਭੱਲਾ ਸਾਹਿਬ ਨੇ ਜਦੋਂ ਕਿਤੇ ਇੰਟਰੋਡਿਊਸ ਕਰਾਉਣਾ ਸੀ ਮੈਨੂੰ, ਮੇਰੀ ਮੈਟਰੀਮੋਨੀ ਦੀ ਗੱਲ ਚੱਲੀ, ਮੇਰੀ ਵਾਈਫ ਨਾਲ ਅਸੀਂ PU ਪੜ੍ਹਦੇ ਸੀਗੇ, ਉੱਥੇ ਪੁੱਛਿਆ ਵੀ ਕੰਚਨ ਤੇ ਬਾਲਮਕੰਦ ਵਿੱਚ ਆਪਸ ਚ ਫਰਕ ਕੀ ਆ? ਅੱਛਾ। ਤੇ ਭੱਲਾ ਸਾਹਿਬ ਕਹਿੰਦੇ ਵੀ ਕੰਚਨ ਬਰਸ਼ ਕਰਦੀ ਆ, ਬਾਲਮਕੰਦ ਦਾਤਨ ਕਰਦਾ। ਦੇਸੀ ਬੰਦਾ। ਸੋ ਮੈਂ ਦਾਤਨ ਵਾਲਾ ਬਾਲਮਕੰਦ ਆ, ਤੇ ਆਪਾਂ ਮਤਲਬ ਪਿੰਡਾਂ ਦੇ ਬੰਦੇ ਆ। ਦੇਸੀ ਰਹਿਣੀ ਬਣ ਰਹੀ ਆ। ਬਲਕਿ ਦਾਤਨ ਤੋਂ ਮੈਨੂੰ ਇੱਕ ਛੋਟਾ ਜਿਹਾ ਕਿੱਸਾ ਯਾਦ ਆ ਗਿਆ। ਅੱਛਾ ਜੀ। ਇਹ ਗੱਲ ਹੋਣੀ ਆ 95-96 ਦੇ ਲਾਗੇ। ਅਸੀਂ ਕੈਨੇਡਾ ਸ਼ੋਅ ਤੇ ਗਏ ਸੀ, ਤੇ ਮੈਂ ਸਰੀ ਦੇ ਵਿੱਚ ਆਪਣੇ ਕਿਸੇ ਮਿੱਤਰ ਮਨਜੀਤ ਸੰਘਾ, ਉਹਨਾਂ ਦੇ ਘਰੇ ਉਹਨਾਂ ਦੀ ਵਾਈਫ ਕੁਲਵਿੰਦਰ, ਪੱਪੂ ਕੰਚਨ ਦੀ ਫਰੈਂਡ ਆ, ਉਹਨਾਂ ਦੇ ਪਿਛਲੇ ਵਿਹੜੇ ਵਿੱਚ ਮੈਂ ਦਾਤਨ ਕਰਾਂ। ਅੱਛਾ। ਤੇ ਹੁਣ ਗੋਰਿਆਂ ਦੀ ਧਰਤੀ ਜਾ ਕੇ ਦਾਤਨ ਕਰਦੇ ਹੋਏ ਉਹ ਨਾਲ ਦੇ ਘਰ ਵਿੱਚ ਕੋਈ ਗੋਰਾ ਸੀ, ਉੱਪਰੋਂ ਮੈਨੂੰ ਦੇਖੀ ਜਾਵੇ, ਹੱਸੀ ਜਾਵੇ, ਦੇਖੀ ਜਾਵੇ, ਹੱਸੀ ਜਾਵੇ ਵੀ ਦਾਤਨ ਹੀ ਕੀ ਕਰ ਮੈਂ ਵਿੱਚ। ਤਾਂ ਦਾਤਨ ਪਤਾ ਨਹੀਂ ਹੋਣਾ, ਸੋਚਦਾ ਉਹ ਲੱਕੜ ਪਾ ਕੇ ਪਤਾ ਨਹੀਂ। ਹਾਂ, ਮੈਂ ਨਾ ਉਹ ਸਪਿਟ ਕਰੀ ਜਾਵਾਂ ਜਿਹੜੇ ਉਹਦੇ ਸਾਈਡ ਤੇ ਉਹਨਾਂ ਦੇ ਬਣੀਆਂ ਹੁੰਦੀਆਂ ਕਿਆਰੀਆਂ। ਅੱਛਾ। ਤੇ ਉਹ ਜਿਹੜਾ ਗੋਰਾ ਸੀ ਉਹ ਫਿਰ ਸੰਘਾ ਸਾਹਿਬ ਨੂੰ ਪੁੱਛਦਾ, ਮਨਜੀਤ ਸੰਘਾ ਨੂੰ, ਮੇਰੇ ਹੋਸਟ ਨੂੰ, ਕਹਿੰਦਾ ਉਹ ਇਹ ਵਾਟ ਦਿਸ ਮੈਨ ਡੂਇੰਗ? ਉਹ ਕਹਿੰਦਾ ਮੈਂ ਹੁਣ ਕੀ ਕਹਾਂ? ਕਹਿੰਦਾ ਵਾਈ ਹੀ ਇਜ਼ ਚੂਇੰਗ ਵੁੱਡ ਇਨ ਹਿਸ ਮਾਊਥ। ਉਹ ਸੰਘਾ ਵੀ ਮੇਰੇ ਨੂੰ ਤਗੜਾ ਕਮੇਡੀਅਨ ਸੀਗਾ। ਕਹਿੰਦਾ ਜੀ ਹੀ ਇਜ਼ ਮਾਈ ਫਰੈਂਡ ਫਰਮ ਇੰਡੀਆ, ਹੀ ਹੈਜ਼ ਕਮ ਹੀਅਰ ਐਂਡ ਹੀ ਵਾਸ ਸਪੀਕਿੰਗ ਟੂ ਮਚ।
ਆਈ ਟ੍ਰਾਈ ਟੂ ਸ਼ਟ ਹਿਸ ਮਾਊਥ। ਇਹ ਕਿੱਸਾ ਬਣ ਗਿਆ ਜਿਹੜੀ ਸਾਡੀ ਕਿਆ ਬਾਤ ਹੈ। ਦੇਸੀ। ਔਰ ਇਹ ਮੇਰੇ ਖਿਆਲ ਨਾਲ ਕਿਸੇ ਦੇ ਨਾਲ ਤੁਸੀਂ ਪੂਰਾ ਉਹਨੂੰ ਸਕ੍ਰਿਪਟ ਕੀਤਾ ਕਿ ਮਤਲਬ ਇੱਕ ਕਲਾਕਾਰ ਹੁੰਦੇ ਨੇ ਨਾ, ਜੇ ਬੋਲਦੇ ਵੀ ਨੇ ਤਾਂ ਐਂ ਲੱਗਦਾ ਕਿ ਇੱਕ ਸਕ੍ਰਿਪਟ ਨਿਕਲ ਰਹੀ, ਕਾਮੇਡੀ ਸਕ੍ਰਿਪਟ ਉਹਨਾਂ ਦੇ ਮੂੰਹੋਂ ਨਿਕਲ ਰਹੀ ਹੈ। ਸੋ ਬਹੁਤ ਹੀ ਆਨਰ ਫੀਲ ਕਰ ਰਹੇ ਸਰ, ਤੁਹਾਡੇ ਸਾਹਮਣੇ ਬੈਠੇ ਹਾਂ ਔਰ ਤੁਹਾਨੂੰ ਸੁਣਦੇ ਹੁੰਦੇ ਸੀਗੇ। ਇਹ ਤੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਤੁਹਾਡੇ ਸ਼ੇਖਰ ਜੀ, ਤੁਹਾਡੇ ਇਸ ਗਰੁੱਪ ਦੇ ਨਾਲ, ਤੁਹਾਡੇ ਇਸ ਚੈਨਲ ਦੇ ਨਾਲ ਸਾਡਾ ਵਾ 3 ਦਹਾਕੇ ਤੋਂ ਵੱਧ ਪੁਰਾਣਾ ਭੱਲਾ ਸਾਹਿਬ ਤੇ ਮੈਂ ਜਦੋਂ ਜਾਣਾ ਸ਼ੁਰੂ ਹੋਏ ਆ ਜੀ, ਮੇਰਾ ਖਿਆਲ 93 ਚ ਫਸਟ ਟਾਈਮ ਅਸੀਂ ਵੈਨਕੂਵਰ ਟੋਰਾਂਟੋ ਗਏ ਹੋਵਾਂਗੇ, ਫਿਰ 95 ਚ 97 ਚ 99 ਚ ਹਰ ਵਾਰੀ ਜਦੋਂ ਟੋਰਾਂਟੋ ਜਾਣਾ ਤੇ ਅਮਰ ਸਿੰਘ ਭੁੱਲਰ ਜੀ ਜੀ ਸਾਨੂੰ ਯਾਦ ਕਰਨਾ। ਹਮਦਰਦ ਅਖਬਾਰ ਬੜਾ ਪਪੂਲਰ ਆ, ਉੱਥੇ ਜਾ ਕੇ ਅਸੀਂ ਇੰਟਰਵਿਊ ਦੇਣੀ, ਅਮਰ ਸਿੰਘ ਦਰਸ਼ਨ ਕਰਨੇ, ਤੇ ਸਾਨੂੰ ਤਾਂ ਤੁਹਾਡੇ ਚੈਨਲ ਤੇ ਐਂ ਲੱਗਦਾ ਵੀ ਆਪਣੇ ਘਰ ਆ ਗਏ ਹੁੰਦੇ। ਕੀ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਐਪਰੀਸ਼ੀਏਟ ਕਰਨ ਲਈ। ਔਰ ਸਰ ਸ਼ਾਇਦ ਇਹੀ ਚੀਜ਼ ਹੈ, ਇਹੀ ਪਿਆਰ ਹੈਗਾ ਜੋ ਪੰਜਾਬੀ ਇੰਡਸਟਰੀ 'ਚ ਖਾਸ ਤੌਰ ਦੇ ਉੱਤੇ ਦੇਖਣ ਨੂੰ ਮਿਲਦੀ ਹੈ। ਸੋ ਆਪਣੇ ਜਿੰਨੇ ਵੀ ਕਲਾਕਾਰ ਨੇ ਉਹਨਾਂ ਨਾਲ ਮਿਲ ਕੇ ਇਹ ਲੱਗਦਾ ਹੈ ਕਿ ਜਿਵੇਂ ਇੱਕ ਪਰਿਵਾਰ ਦੇ ਵਿੱਚ ਮਿਲ ਰਹੇ ਹਾਂ। ਸੋ ਇਹ ਇੱਕ ਪੰਜਾਬੀ ਇੰਡਸਟਰੀ ਦੀ ਕਹਿ ਲਓ ਕਿ ਸੁਨਹਿਰੀ ਪਹਿਚਾਣ ਹੈ। ਸੋ ਅਗਰ ਮੈਂ ਤੁਹਾਡੀ ਗੱਲ ਕਰਾਂ, ਸੋ ਛਣਕਾਟੇ ਦੀ ਅਗਰ ਗੱਲ ਕਰੀਏ, ਕੁੱਲ ਮਿਲਾ ਕੇ 27 ਅਗਰ ਮੈਂ ਗਲਤ ਨਹੀਂ 27 ਛਣਕਾਟੇ ਜਿਹੜੇ ਨੇ, ਔਰ ਕਾਫੀ ਰਿਸਰਚ ਕਰਕੇ ਆਏ ਤੁਸੀਂ, ਕਾਫੀ ਰਿਸਰਚ ਕਰਕੇ ਆਏ ਆ ਕਾਫੀ ਸਰ, ਔਰ ਬਣਦੀ ਵੀ ਹੈ ਸਰ। ਸੋ 88 ਤੋਂ ਮੈਂ ਇਹ ਚੀਜ਼ ਸੋਚ ਰਿਹਾ ਸੀ ਕਿ ਜਦੋਂ ਤੁਸੀਂ ਕਿਸੇ ਵੈਲ ਐਸਟੈਬਲਿਸ਼ ਚੀਜ਼ ਦੀ ਗੱਲ ਕਰਦੇ ਹੋ, ਸੋ ਗਲਤੀ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸੋ ਇਸ ਲਈ ਜ਼ਰੂਰ ਹੈ ਕਿ ਸਟੱਡੀ ਵੀ ਕਰਨਾ ਪੈਂਦਾ, ਤੇ 88 ਤੋਂ ਸ਼ੁਰੂਆਤ ਕੀਤੀ। ਬਟ ਜੋ ਮੈਨੂੰ ਜਾਣਕਾਰੀ ਮਿਲੀ ਉਸ ਤੋਂ ਮੈਂ ਬੜਾ ਹੈਰਾਨ ਹੋ ਗਿਆ ਕਿ ਇੱਕ ਫੇਅਰਵੈਲ ਪਾਰਟੀ ਤੇ ਉਸ ਦੇ ਵਿੱਚ ਸਿਰਫ ਕੁਝ ਇਦਾਂ ਦਾ ਕੀਤਾ ਗਿਆ ਕਿ ਆਪਣੇ ਦੋਸਤਾਂ ਨੂੰ ਖੁਸ਼ ਕਰਨ ਲਈ ਜਾਂ ਤੋਹਫੇ ਵਜੋਂ ਇੱਕ ਐਸੀ ਕੋਸ਼ਿਸ਼ ਕੀਤੀ ਗਈ, ਤੇ ਉਹ ਆਪਣੇ ਆਪ ਦੇ ਵਿੱਚ ਇੱਕ ਐਸੀ ਚੀਜ਼ ਬਣ ਗਈ ਕਿ ਅੱਜ ਇੱਕ ਕਲਾ ਦਾ ਕੇਂਦਰ ਬਣ ਗਈ ਹੈ ਕਿ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਣ ਵਾਲਾ ਹੈ। ਯਾਨੀ ਕਿ ਤੁਸੀਂ ਆਪਣੇ ਆਪ 'ਚ ਇੱਕ ਇੰਸਟੀਚਿਊਟ ਬਣ ਗਏ, ਤੁਸੀਂ ਤੇ ਭੱਲਾ ਸਾਹਿਬ। ਇਹ ਕਹਿ ਸਕਦੇ ਸ਼ੇਖਰ ਜੀ ਕਿ ਸਾਡੀ ਜਿਹੜੀ ਕਾਮੇਡੀ ਫਾਰਮ ਦੇ ਵਿੱਚ ਅਪੀਅਰੈਂਸ, ਜਿਹੜੀ ਫਸਟ ਅਪੀਅਰੈਂਸ ਆ, ਉਹ ਵਾਕਈ ਸਾਡੇ BSc ਫਾਈਨਲ ਈਅਰ ਦੇ ਆਊਟਗੋਇੰਗ ਸਟੂਡੈਂਟਸ ਨੂੰ ਫੇਅਰਵੈਲ ਪਾਰਟੀ ਦੇਣ ਦੇ ਮੌਕੇ, ਅਸੀਂ ਜਦੋਂ 81 ਦੇ ਵਿੱਚ ਪ੍ਰੀ ਫਾਈਨਲ ਵਿੱਚ ਸੀਗੇ ਭੱਲਾ ਜੀ ਤੇ ਮੈਂ, ਤੇ ਨੈਕਸਟ ਡੇ ਪਾਰਟੀ ਸੀ, ਤੇ ਅਸੀਂ ਸੋਚਿਆ ਵੀ ਕੁਝ ਵੱਖਰੀ ਵੰਨਗੀ ਪੇਸ਼ ਕੀਤੀ ਜਾਵੇ। ਤੇ ਅਸੀਂ ਫਿਰ ਇਹ ਕਹਿ ਲਓ ਵੀ ਉਹ ਡਰੈਸ ਲੱਭੀ ਭੰਡਾਂ ਵਾਲੀ, ਤੇ ਦਰਾਹੇ ਤੋਂ ਭੱਲਾ ਸਾਹਿਬ, ਮੈਂ ਆਪਣੇ ਲੋਹੀਆਂ ਤੋਂ ਕੁਝ ਵੰਨਗੀਆਂ ਭੰਡਾਂ ਦੀਆਂ ਉਹਨਾਂ ਦੇ ਘਰ ਗਏ, ਉੱਥੋਂ ਜਾ ਕੇ ਪੁੱਛਿਆ, ਕੁਝ ਜੋਕਸ ਲਏ। ਫਿਰ ਅਸੀਂ ਫਾਰਮੈਟ ਉਹ ਰੱਖੀ, ਪਰ ਮਾਡਰਨ ਜੋਕ ਜਿਹੜੇ ਉਸ ਵੇਲੇ ਸੀਗੇ ਉਹਨਾਂ ਨੂੰ ਕਨਵਰਟ ਕਰਕੇ ਜਦੋਂ ਆਈਟਮ ਸਟੇਜ ਤੇ ਪਰਫਾਰਮ ਕੀਤੀ, ਤੇ ਜੋ ਸਾਨੂੰ ਵਾਹ ਸ਼ਲਾਘਾ ਉੱਥੋਂ ਮਿਲੀ, ਖਾਸ ਤੌਰ ਸਾਡੇ ਅਫਸਰ ਸਾਹਿਬਾਨ ਜਿਹੜੇ ਡੀਨ ਡਾਇਰੈਕਟਰ ਸੀਗੇ ਉਸ ਵੇਲੇ ਦੇ, ਪਦਮ ਸ਼੍ਰੀ ਪ੍ਰਿਥੀਪਾਲ ਸਿੰਘ, ਡਾਕਟਰ ਖੇਮ ਸਿੰਘ ਗਿੱਲ ਜੋ ਬਾਅਦ 'ਚ ਵਾਈਸ ਚਾਂਸਲਰ ਰਿਟਾਇਰ ਹੋਏ ਆ, ਹੁਣ ਤਾਂ ਡੈਥ ਹੋ ਚੁੱਕੀ ਉਹਨਾਂ ਦੀ, ਉਹਨਾਂ ਨੇ ਸਾਨੂੰ ਜੋ ਸ਼ਲਾਘਾ ਕੀਤੀ, ਕੈਸ਼ ਪ੍ਰਾਈਜ਼ ਦਿੱਤੇ, ਸਾਡਾ ਬੜਾ ਉਤਸ਼ਾਹ ਵਧਿਆ ਵੀ ਇਹ ਤਾਂ ਯਾਰ ਕਾਮੇਡੀ ਅਸੀਂ ਇੱਕ ਐਕਸਪੈਰੀਮੈਂਟ ਕੀਤਾ ਸੀਗਾ। ਬਟ ਭੰਡਾਂ ਦੀਆਂ ਨਕਲਾਂ ਨੇ, ਯਾਨੀ ਇਹ ਕਹਿ ਲਓ ਕਿ ਭੱਲਾ ਸਾਹਿਬ ਸਿੰਗਿੰਗ ਤੋਂ ਤੇ ਮੈਂ ਥੀਏਟਰ ਵਿੱਚ ਸੀਗਾ, ਅਸੀਂ ਇੱਕ ਦੋਨੋਂ ਸਟੈਂਡ ਅਪ ਕਮੇਡੀਅਨ ਤੌਰ ਤੇ ਇੱਕ ਯਾਤਰਾ ਸ਼ੁਰੂ ਕਰ ਲਈ। ਕੀ ਬਾਤ ਹੈ। ਔਰ ਉਸਨੇ ਮੇਰੇ ਖਿਆਲ ਨਾਲ ਇੱਕ ਵੈਲ ਐਸਟੈਬਲਿਸ਼ ਫਾਰਮ ਨਹੀਂ ਸੀਗਾ ਕਿ ਲੋਕੀ ਇੰਨੇ ਅਵੇਅਰ ਨਹੀਂ ਸੀ ਇਸ ਫਾਰਮ ਨੂੰ ਲੈ ਕੇ। ਸੋ ਮੈਨੂੰ ਇਹ ਵੀ ਮੇਰੇ ਜ਼ਿਹਨ 'ਚ ਕੁਐਸਚਨ ਸੀਗਾ ਕਿ ਮੈਂ ਜ਼ਰੂਰ ਪੁੱਛਾਂਗਾ ਤੁਹਾਨੂੰ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਤੋਂ ਅਵੇਅਰ ਸੀਗੇ। ਦੇਖੋ ਅਸੀਂ ਜਦੋਂ ਓਨੈਸਟਲੀ ਸ਼ੇਖਰ ਜੀ ਕਾਮੇਡੀ ਕਰਦੇ ਸੀ ਸਟੇਜ ਦੇ ਉੱਪਰ, ਤਾਂ ਅੱਛੀ ਸਾਨੂੰ ਅਪਲੌਜ਼ ਮਿਲਦਾ ਸੀਗਾ, ਸ਼ਲਾਘਾ ਮਿਲਦੀ ਸੀ, ਪਰ ਉਹ ਕਮੇਡੀ ਜਦੋਂ ਅਸੀਂ ਫਿਰ ਕਾਲਜ ਤੋਂ ਬਾਹਰ, ਯੂਨੀਵਰਸਿਟੀ ਤੋਂ ਬਾਹਰ ਗਏ ਤਾਂ ਕਿਸਾਨ ਮੇਲਿਆਂ ਤੇ ਚਲੇ ਗਏ। ਕਿਸਾਨ ਮੇਲਿਆਂ ਤੋਂ ਬਾਅਦ ਪੰਜਾਬੀ ਭਵਨ 'ਚ, ਮੋਹਨ ਸਿੰਘ ਮੇਲਿਆਂ ਵਿੱਚ ਜਿੰਨੇ ਵੀ ਵੱਡੇ ਯੂਥ ਫੈਸਟੀਵਲ ਹੋਣੇ ਉੱਥੇ ਚਲੇ ਗਏ। ਪਰ 88 ਵਿੱਚ ਜਦੋਂ ਅਸੀਂ 88 ਵਿੱਚ ਆ ਕੇ 4-5 ਸਾਲ ਲਾ ਚੁੱਕੇ ਸੀ, 7-8 ਸਾਲ, ਤਾਂ ਜੱਸੋਵਾਲ ਸਾਹਿਬ, ਗੁਰਭਜਨ ਗਿੱਲ ਜੀ, ਸਾਡੇ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ ਜੀ, ਉਹਨਾਂ ਸਾਰਿਆਂ ਨੇ ਸਾਨੂੰ ਇਨਕਰੇਜ ਕੀਤਾ ਕਿ ਤੁਸੀਂ ਇੰਨੀ ਆਲਾ ਕਮੇਡੀ ਕਰਦੇ ਆ, ਤੁਸੀਂ ਇਹਦਾ ਕੋਈ ਦਸਤਾਵੇਜ਼ ਬਣਾਓ, ਕੋਈ ਡਾਕੂਮੈਂਟ ਬਣਾਓ। ਹਾਂ, ਉਸ ਤੋਂ ਪਹਿਲਾਂ ਕਿਉਂਕਿ ਇਦਾਂ ਦੀ ਚੀਜ਼ ਨਹੀਂ ਕੋਈ ਹੁੰਦਾ ਨਹੀਂ ਸੀ। ਅਸੀਂ ਸੋਚਿਆ ਵੀ ਦਸਤਾਵੇਜ਼ ਕੀ ਬਣ ਸਕਦਾ। ਜੱਸੋਵਾਲ ਸਾਹਿਬ ਕਹਿੰਦੇ ਕਿ ਕੈਸਟ ਕਰਾਓ ਕਮੇਡੀ ਦੀ, ਤੇ ਤੁਸੀਂ ਹੈਰਾਨ ਮੰਨੋਗੇ ਸ਼ੇਖਰ ਜੀ ਕਿ ਭੱਲਾ ਸਾਹਿਬ ਤੇ ਮੈਂ ਜਦੋਂ ਫਸਟ ਟਾਈਮ ਰਿਕਾਰਡਿੰਗ ਕਰਾਉਣ ਗਏ ਜੀ ਸਟੂਡੀਓ ਵਿੱਚ, ਤੇ ਅਸੀਂ ਤਾਂ ਉੱਥੇ ਵੀ ਜਿੱਦਾਂ ਅਸੀਂ ਸਟੇਜ ਤੇ ਕਰਦੇ ਨੇ ਹਿੱਲ ਕੇ ਤੁਰ ਫਿਰ ਕੇ ਤੇ ਚਵਾਟੇ ਮਾਰ ਕੇ, ਸਾਨੂੰ ਪ੍ਰੋਡਿਊਸਰ ਕਹਿੰਦਾ ਇੱਥੇ ਖੜ ਜਾਓ, ਆਹ ਮਾਈਕ ਆ, ਇਹਦੇ ਮੂਹਰੇ ਖੜੇ ਕਮੇਡੀ ਕਰਨੀ ਆ। ਯਾਨੀ ਅਸੀਂ ਇੰਨੇ ਰॉ ਸੀ, ਇੰਨੇ ਇਮੈਚੁਰ, ਇੰਨੇ ਅਣਜਾਣ ਸੀਗੇ। ਫਿਰ ਅਸੀਂ ਮਾਈਕ ਮੂਹਰੇ ਕਮੇਡੀ ਕੀਤੀ, ਜਦੋਂ ਰਿਕਾਰਡਿੰਗ ਕਰਾਈ ਤੇ 4 ਪੀਸ ਉਹਨੇ ਕੈਸਟ ਤਿਆਰ ਕੀਤਾ। ਤੇ 20 ਅਕਤੂਬਰ 1988 ਨੂੰ ਮੋਹਨ ਸਿੰਘ ਮੇਲੇ ਤੇ ਰਿਲੀਜ਼ ਕੀਤੀ। ਉਹ ਸਾਰੀ ਕੈਸਟ ਮੇਲੇ ਤੇ ਵਿਕ ਗਈ ਸਾਰੀ। ਹਾਂ, ਉਹ ਬੰਦਾ ਖੁਸ਼ ਬੜਾ ਹੋਇਆ। ਉਹ ਸਾਡੇ ਘਰੇ ਜੀ 4-4 ਹਜ਼ਾਰ ਰੁਪਏ ਦਾ ਚੈੱਕ ਲੈ ਕੇ ਘਰੇ ਆ ਗਿਆ। ਅਸੀਂ ਕਹਿੰਦੇ ਪੈਸੇ ਮਿਲਣਗੇ, ਉਹ ਕਹਿੰਦਾ ਜੀ ਮੈਂ ਕਮਾਏ ਆ। ਤੇ ਯਾਨੀ ਸਾਨੂੰ ਬਿਲਕੁਲ ਇਲਮ ਨਹੀਂ ਸੀਗਾ ਵੀ ਕੈਸਟ ਕੀ ਹੁੰਦੀ ਆ, ਰਿਕਾਰਡਿੰਗ ਕਿਵੇਂ ਕਰਾਈ ਦੀ ਆ, ਇਹਦੇ ਪੈਸੇ ਵੀ ਮਿਲਣਗੇ। ਪਰ ਪਰਮਾਤਮਾ ਨੇ ਐਸੀ ਕਿਰਪਾ ਕੀਤੀ, 2-4-5 ਸਾਲ ਬਾਅਦ ਹੀ ਛਣਕਾਟਾ 92-93 ਦਾ ਰਿਲੀਜ਼ ਕੀਤਾ। ਤੇ ਉਦੋਂ ਗੁਰਦਾਸ ਮਾਨ ਸਾਹਿਬ ਨੇ
ਕੰਪਲੀਮੈਂਟ ਕੀਤਾ ਵੀ ਇਹ ਮੁੰਡੇ ਕਿਹੜੇ ਵੀ ਭੱਲਾ ਸ਼ਰਮਾ ਜਿਹੜੇ ਪੰਜਾਬ ਤੋਂ ਉੱਠ ਕੇ ਆਏ ਆ ਤੇ ਮੇਰੀ ਕੈਸਟ ਜਿਹੜੀ ਆ ਉਹ ਇਸ ਪ੍ਰਾਈਸ ਵਿਕਦੀ ਆ, ਇਹ ਉਸ ਤੋਂ ਵੀ 25-30 ਵੱਧ ਪ੍ਰਾਈਸ ਲੈ ਗਏ ਆ। ਯਾਨੀ ਮਤਲਬ ਸਾਨੂੰ ਲੱਗਾ ਕਿ ਇਸ ਤਰ੍ਹਾਂ ਦੇ ਕੰਪਲੀਮੈਂਟ ਜੇ ਬੰਬੇ ਤੋਂ ਆਉਣ ਲੱਗੇ ਤਾਂ ਅਸੀਂ ਇਹ 'ਚ ਹੋਰ ਜ਼ੋਰ ਲਾਈਏ। ਤਾਂ ਭੱਲਾ ਸਾਹਿਬ ਲਿਖਣ ਵਿੱਚ ਵੀ ਬਲੈਸਡ ਆ, ਕ੍ਰੀਏਟਿਵਿਟੀ ਬਲੈਸਡ ਆ। ਉਹਨਾਂ ਨੇ ਫਿਰ ਜਾਨ ਪਾ ਕੇ ਛਣਕਾਟੇ ਲਿਖਣੇ ਤੇ ਫਿਰ ਨੀਲੂ ਆ ਗਏ ਨਾਲ 96 'ਚ ਆ ਕੇ, ਫਿਰ ਨੀਲੂ ਨਾਲ ਰਲ ਗਈ, ਤਿੰਨਾਂ ਨੇ ਰਲ ਕੇ ਅਸੀਂ ਯਾਤਰਾ ਸ਼ੁਰੂ ਕਰਤੀ। ਕੀ ਬਾਤ ਹੈ, ਉਹ ਬਹੁਤ ਅਮੇਜ਼ਿੰਗ ਚੀਜ਼। ਅੱਛਾ, ਮੈਂ ਇਹੀ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਦਰਸ਼ਕਾਂ ਨੂੰ, ਜਿਵੇਂ ਕਿ ਸਟਾਰਟਿੰਗ 'ਚ ਵੀ ਕਿਹਾ ਕਿ ਇੱਕ ਏਰਾ ਹੈ ਨਾ, ਉਹ ਇੱਕ ਏਰਾ ਸੀਗਾ ਔਰ ਉਸ ਦੇ ਵਿੱਚ ਇਹ ਇੱਦਾਂ ਦੀ ਕੋਈ ਐਸਟੈਬਲਿਸ਼ਡ ਫਾਰਮ ਨਹੀਂ ਸੀਗੀ ਕਿ ਜਿਵੇਂ ਇੱਕ ਆਰਟਿਸਟ ਕਿਸੇ ਦੂਸਰੇ ਆਰਟਿਸਟ ਨੂੰ ਦੇਖ ਕੇ ਅੱਗੇ ਸ਼ੁਰੂ ਕਰ ਲੈਂਦਾ। ਤਾਂ ਤੁਸੀਂ ਇੱਕ ਤਰੀਕੇ ਦੇ ਨਾਲ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਉਹ ਪੰਜਾਬੀ ਮਿਊਜ਼ਿਕ ਫਿਲਮ ਇੰਡਸਟਰੀ ਦੇ ਵਿੱਚ ਇਹ ਚੀਜ਼ ਦੀ ਕੀਤੀ ਔਰ ਮੇਰੇ ਖਿਆਲ ਨਾਲ ਹੁਣ ਇਹ ਡਾਕੂਮੈਂਟਡ ਹੈ ਚੀਜ਼ ਕਿ ਤੁਸੀਂ ਆਪਣੇ ਆਪ 'ਚ ਇੱਕ ਹਿਸਟਰੀ ਕ੍ਰੀਏਟ ਕਰ ਦਿੱਤੀ। YouTube ਨੇ ਕਮਾਲ ਕਰਤੀ, ਰੋਜ਼ ਕੋਈ ਨਾ ਕੋਈ ਕਲਿੱਪ ਕੱਢ ਕੇ ਕੋਈ ਨਾ ਕੋਈ ਉਹਦਾ ਤਾਜ਼ਾ ਕਰਦਾ ਰਹਿੰਦਾ, ਸਾਨੂੰ ਵੀ ਭੁੱਲ ਜਾਂਦਾ ਵੀ ਅਸੀਂ ਚਾਹ ਵੀ ਕੀਤਾ ਹੋਇਆ ਸੀ। ਅੱਛਾ, ਆ ਵੀ ਕੀਤਾ ਹੋਇਆ ਸੀ ਹੈ ਨਾ। ਸੋ ਅੱਜ ਕਿਵੇਂ ਦਾ ਮਹਿਸੂਸ ਕਰਦੇ ਹੋ ਕਿ ਤੁਸੀਂ ਕੁਝ ਐਸਾ ਕੀਤਾ ਜਿਹੜਾ ਇਹ ਕਹਿ ਲਓ ਕਿ ਅੱਜ ਲੋਕੀ ਇਹ ਗੱਲ ਕਰਦੇ ਨੇ ਕਿ ਤੁਸੀਂ ਉਸ ਦਾ ਥੰਬ ਹੋ, ਤੁਸੀਂ ਉਸ ਦੀ ਬੁਨਿਆਦ ਸੈੱਟ ਕੀਤੀ। ਸੋ ਕਿਵੇਂ ਦਾ ਮਹਿਸੂਸ? ਦੇਖੋ ਸ਼ੇਖਰ ਜੀ, ਸਾਨੂੰ ਤਾਂ ਨੋ ਡਾਊਟ ਇੱਕ ਪ੍ਰਾਊਡ ਮੂਮੈਂਟਸ ਹੁੰਦੀਆਂ, ਚਾਹੇ ਨੀਲੂ ਜੀ ਇਸ ਵੇਲੇ ਵੀ ਉਹ ਜੌਬ ਵਿੱਚ ਹੈਗੇ ਆ, ਸ਼ੀ ਇਜ਼ ਡਿਪਟੀ ਡਿਸਟ੍ਰਿਕਟ ਅਟਾਰਨੀ ਲੁਧਿਆਣੇ, ਮੈਂ ਐਡੀਸ਼ਨਲ ਐਮਡੀ ਮਾਰਕਫੈਟ ਤੋਂ ਰਿਟਾਇਰ ਹੋਇਆ। ਭੱਲਾ ਸਾਹਿਬ ਪ੍ਰੋਫੈਸਰ ਐਂਡ ਹੈੱਡ PAU ਤੋਂ ਐਕਸਟੈਂਸ਼ਨ ਐਜੂਕੇਸ਼ਨ ਦੇ PhD ਰਿਟਾਇਰ ਹੋਏ। ਪਰ ਸਾਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਆਹ ਛੋਟੀਆਂ ਐਫਰਟ ਸੀਗੀਆਂ ਉਹ ਡਾਕੂਮੈਂਟ ਕਰ ਲਈਆਂ ਕਰਕੇ ਅੱਜ ਵੀ ਤਰੋਤਾਜ਼ਾ, ਅੱਜ ਵੀ YouTube ਤੇ ਜਦੋਂ ਵੀ ਕੋਈ ਉਹਨੂੰ ਪਾਉਂਦਾ ਵਾ। ਈਵਨ ਮੈਂ ਤੁਹਾਨੂੰ ਦੱਸਦਾ, ਮੈਂ ਪਿੱਛੇ ਜੇ ਕੈਨੇਡਾ ਗਿਆ ਤੇ ਮੇਰਾ ਭਤੀਜਾ ਸੀਗਾ ਬਹੁਤ ਦੂਰ ਜਗ੍ਹਾ ਹੋਵੇ ਐਡਮਿੰਟਨ ਤੋਂ ਗ੍ਰੈਂਡ ਪ੍ਰੀਰੀ, ਉੱਥੇ ਰਾਤ ਨੂੰ ਡਿਨਰ ਤੇ ਕਿਤੇ ਗਏ। ਅੱਛਾ ਜੀ। ਉੱਥੇ ਰਾਤ ਨੂੰ ਗਏ ਤੇ ਰਾਤ ਦੇ 12 ਵਜ ਗਏ, ਵਾਪਸ ਆਉਣ ਲੱਗੇ ਤੇ ਉਹਨਾਂ ਨੇ YouTube ਤੇ ਛਣਕਾਟੇ ਲਾ ਲਏ। ਉਹ ਕਹਿੰਦੇ ਬਹਿ ਜਾਓ। ਮੈਨੂੰ ਆਪ ਨੂੰ ਛਣਕਾਟਾ 2006-07 ਦੇਖ ਕੇ ਆਪ ਨੂੰ ਲੱਗਾ ਕਿ ਯਾਰ ਵਾਕਈ ਇਹ ਇਦਾਂ ਦੇ ਅਸੀਂ ਕਮੇਡੀ ਕਰਦੇ ਰਹੇ ਤੇ ਆਪ ਨੂੰ ਫਰੈਸ਼ ਅਪ ਵੀ ਹੋ ਗਏ। ਕੁਝ ਗੱਲਾਂ ਭੁੱਲ ਵੀ ਗਈਆਂ ਸੀ ਆਪ ਨੂੰ, ਕਿਉਂਕਿ 88 ਵਿੱਚ ਸ਼ੁਰੂ ਹੋ ਕੇ ਜੇ ਆਪਾਂ ਸਫ਼ਰ ਗਏ ਤੇ 22 ਤੇ 12 34 ਸਾਲ ਹੋ ਗਏ ਜੀ। 34 ਸਾਲ ਦੀ ਮੈਮਰੀ ਜਿਹੜੀ ਤਾਜ਼ਾ ਹੁੰਦੀ ਹੈ ਤੇ ਬੰਦਾ ਪ੍ਰਾਊਡ ਫੀਲ ਕਰਦਾ। ਹਾਂ, ਸੋ ਇਹ ਵੀ ਚੀਜ਼ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਕੁਛ ਯਾਦ ਇੱਦਾਂ ਆਉਂਦਾ ਵੀ ਅੱਛਾ ਆ ਵੀ ਅਸੀਂ ਗੱਲ ਕੀਤੀ ਸੀ, ਕਮਾਲ ਹੀ ਹੋ ਗਿਆ। ਸੋ ਇੱਦਾਂ ਦੀ ਅਗਰ ਮੈਂ ਉਸ ਟਾਈਮ ਦੀ ਗੱਲ ਕਰਾਂ, ਸੋ ਜਦੋਂ ਪਹਿਲੀ ਵੀ ਐਲਬਮ ਹੀ ਆਈ, ਜਦੋਂ ਮਤਲਬ ਇਹ ਕੈਸਟ ਰਿਲੀਜ਼ ਹੋਈ, ਸੋ ਪਹਿਲੀ ਦੇ ਵਿੱਚ ਹੀ ਕਾਮਯਾਬੀ ਮਿਲੀ ਜੋ ਕਿ ਤੁਹਾਨੂੰ ਚੈੱਕ ਦੇ ਰੂਪ 'ਚ ਪਤਾ ਵੀ ਲੱਗ ਗਿਆ ਔਰ ਜਦੋਂ ਪੈਸੇ ਮਿਲਣ ਲੱਗ ਜਾਣ ਤਾਂ ਸਹੀ ਮਾਇਨੇ ਦੇ ਵਿੱਚ ਹੁੰਦੀ ਹੈ। ਹਾਲਾਂਕਿ ਤੁਹਾਡੀ ਪਹਿਲੀ ਤਰਜੀਹ ਨਹੀਂ ਸੀਗੀ ਕਿ ਪੈਸਾ, ਕਿਉਂਕਿ ਤੁਸੀਂ ਤਾਂ ਇੱਕ ਆਲਰੇਡੀ ਜੌਬ ਕਰ ਰਹੇ ਸੀਗੇ, ਭੱਲਾ ਸਾਹਿਬ ਵੀ ਕਰ ਰਹੇ ਸੀ ਔਰ ਮਿਲੂ ਜੀ ਤੇ ਚਲੋ ਬਾਅਦ 'ਚ ਜੁੜੇ ਨੇ ਨਾਲ। ਤੇ ਅਗਰ ਦੇਖਿਆ ਜਾਵੇ ਸਰ, ਜਿਹੜਾ ਇਹ ਸਫ਼ਰ ਸੀਗਾ ਉਸ ਦੇ ਵਿੱਚ ਕਦੋਂ ਆ ਕੇ ਇਹ ਲੱਗਿਆ ਸੀ ਕਿ ਕੁਝ ਅਲੱਗ ਹੀ ਕ੍ਰੀਏਟ ਹੋ ਗਿਆ, ਜਿੱਥੇ ਮਤਲਬ ਲੋਕ ਵੀ ਕਿਤੇ ਦੇਖਿਆ ਤੇ ਪਛਾਣਨ ਲੱਗ ਗਏ, ਜਿਹੜੇ ਤੇ ਸਰਕਲ ਦੇ ਲੋਕ ਹੁੰਦੇ ਉਹ ਤੇ ਅਲੱਗ ਹੈ, ਦਰਸ਼ਕ ਵੀ ਉਹ ਜਦੋਂ ਨਾ ਜੀ ਇਹ ਕਹਿ ਲਓ ਕਿ 2000-2001 ਵਿੱਚ ਆ ਕੇ ਵੀਡੀਓ ਦਾ ਯੁੱਗ ਆ ਗਿਆ, ਵੀਡੀਓ ਦਾ ਟਾਈਮ, ਤੇ ਉਦੋਂ ਫਿਰ ਅਸੀਂ CDs ਬਣਾਈਆਂ, DVD ਸ਼ੁਰੂ ਕੀਤੀਆਂ। ਉਹ ਜਿਹੜਾ ਯੁੱਗ ਆਇਆ ਲਗਭਗ 2000 ਤੋਂ ਲੈ ਕੇ 2009 ਤੱਕ, ਉਹ ਜਿਹੜੀਆਂ ਕੈਸਟ ਸਾਡੀਆਂ ਸੁਪਰ ਡੁਪਰ ਹਿੱਟ ਹੋਈਆਂ, ਚਾਹੇ ਚਾਚਾ ਸੁਧਰ ਗਿਆ 2003 ਸੀਗੀ, 2004 ਅੰਬਰਸਰ ਦਾ ਪਾਣੀ ਸੀ, ਜੱਟ ਤੇ ਕੋਕੇ ਸੀ, ਕਰਤਾ ਕੁੰਡਾ, ਕੱਢਤੀਆਂ ਕਸਰਾਂ, ਜੱਟ ਤੇ ਕੋਕੇ, ਅਖੀਰ 'ਚ ਅਸੀਂ ਮਿੱਠੇ ਪੋਚੇ। ਸੋ ਇਹ ਜਿਹੜੇ ਸਾਡੇ ਨੰਬਰ ਆ ਉਹ ਇੰਨੇ ਹਿੱਟ ਹੋ ਗਏ। ਵੀਡੀਓ ਦੇ ਵਿੱਚ ਸਾਡੀ ਜਿਹੜੀ ਪਹਿਚਾਣ ਆ, ਆਲਦੋ ਦੂਰਦਰਸ਼ਨ ਤੇ ਮੈਂ ਤੇ ਭੱਲਾ ਸਾਹਿਬ 82 ਸ਼ੁਰੂ ਹੋ ਗਏ ਸੀਗੇ, ਦੂਰਦਰਸ਼ਨ ਨੇ ਵੀ ਸਾਨੂੰ ਬਹੁਤ ਵੱਡੀ ਪਹਿਚਾਣ ਦਿੱਤੀ ਸੀ। ਪਰ ਜਿਹੜੀ ਕੈਸਟ ਕਲਚਰ ਤੋਂ ਬਾਅਦ CD DVD ਨੇ ਯਾਨੀ ਸਾਨੂੰ ਘਰ ਘਰ ਪਹੁੰਚਾਤਾ, ਤੇ ਅਸੀਂ ਉਸ ਕਰਕੇ ਕਹਿ ਲਓ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਉੱਥੇ ਸ਼ੋਆਂ ਵਾਸਤੇ ਜਾਣ ਲੱਗੇ। ਮੈਂ ਤੇ ਭੱਲਾ ਜੀ ਅਨੇਕਾਂ ਸ਼ੋਅ ਕੀਤੇ, ਪੰਜਾਬੀਆਂ ਦਾ ਬੜਾ ਪਿਆਰ ਮਿਲਿਆ, ਖਾਸ ਤੌਰ ਤੇ ਵਿਸਾਖੀ ਦੇ ਸ਼ੋਅ ਹੋਇਆ ਕਰਨੇ, ਤੇ ਕਈ ਵਾਰੀ ਸਾਨੂੰ ਵੈਨਕੂਵਰ ਜਾਂ ਟੋਰਾਂਟੋ ਜਾਂ ਨਿਊਯਾਰਕ 'ਚ 20,000 ਦੇ ਭੀੜ ਨੇ ਦੇਖਣ ਆਉਣਾ। ਸਾਨੂੰ ਬੜੀ ਖੁਸ਼ੀ ਮਿਲਣੀ ਕਿ ਇੰਨਾ ਪਿਆਰ ਸਾਨੂੰ ਪੰਜਾਬੀਆਂ ਨੇ ਦਿੱਤਾ ਵਾ ਛਣਕਾਟਾ ਕਰਕੇ। ਕੀ ਬਾਤ ਹੈ। ਅੱਛਾ, ਅਗਰ ਭੱਲਾ ਸਾਹਿਬ ਦੇ ਨਾਲ ਦੋਸਤੀ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਦੋਸਤੀ ਤੇ ਸੀਗੀ ਪਹਿਲਾਂ ਤੋਂ ਹੀ, ਹੈ ਨਾ, ਕੀ ਛਣਕਾਟਾ ਨੇ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਤਾ? ਇਹ ਕਹਿ ਲਓ ਕਿ ਇੱਕ ਇੱਦਾਂ ਦੀ ਚੀਜ਼ ਸ਼ੁਰੂ ਕਰ ਲਈ ਸੀ ਤੁਸੀਂ, ਹੁਣ ਪਤਾ ਸੀ ਕਿ ਨਾਲੋਂ ਨਾਲ ਚੱਲਣਾ ਪੈਣਾ। ਬਿਲਕੁਲ, ਛਣਕਾਟਾ ਤਾਂ ਸੂਤਰਧਾਰ ਬਣਿਆ ਜੀ ਸਾਡੀ ਦੋਸਤੀ ਦਾ, ਕਿਉਂਕਿ ਜਦੋਂ ਅਸੀਂ ਪੜ੍ਹਦੇ ਸੀਗੇ ਉਦੋਂ ਤਾਂ ਅਸੀਂ ਸਟੇਜ ਤੇ ਯੂਨੀਵਰਸਿਟੀ ਲੈਵਲ ਤੇ ਕਮੇਡੀ ਕਰ ਲਈ, ਪਰ ਛਣਕਾਟਾ ਆਉਣ ਤੋਂ ਬਾਅਦ ਪਬਲਿਕ ਲਾਈਫ ਵਿੱਚ ਵੀ ਸਾਡਾ ਛਣਕਾਟਾ ਚਲਾ ਗਿਆ। ਤੇ ਮੈਂ ਸਮਝਦਾ ਵੀ ਛਣਕਾਟਾ ਦਾ ਇੰਜਨ ਭੱਲਾ ਸਾਹਿਬ ਬਣ ਕੇ ਉੱਭਰੇ ਆ, ਹਜੇ ਤੱਕ ਹੈਗੇ ਆ, ਤੇ ਨਾਲ ਨੀਲੂ ਤੇ ਮੈਂ ਡੱਬੇ ਬਣੇ, ਤੇ ਅਸੀਂ ਵੀ ਕੋਸ਼ਿਸ਼ ਕੀਤੀ ਵੀ ਜਿੰਨਾ ਕੁ ਯੋਗਦਾਨ ਪਾ ਸਕੀਏ, ਛਣਕਾਟਾ ਨੂੰ ਲਿਸ਼ਕਾ ਸਕੀਏ। ਤੇ ਉਹਦੇ ਵਿੱਚ ਜਿਹੜੀ ਸਾਡੀ ਦੋਸਤੀ ਆ ਉਹਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ, ਇੰਟਰਡਿਪੈਂਡੈਂਸ ਵੀ ਹੋ ਗਈ, ਪਿਆਰ ਵੀ ਵਧਿਆ। ਤੇ ਅਸੀਂ ਲੱਕੀ ਇਸ ਕਰਕੇ ਹਾਂ ਕਿ ਉਹ ਪਰਿਵਾਰ ਸਿਰਫ ਭੱਲਾ ਸਾਹਿਬ ਜਾਂ ਮੇਰੇ ਤੱਕ ਸੀਮਿਤ ਰਿਹਾ, ਉਹ ਪਰਿਵਾਰਕ ਤੌਰ ਤੇ ਮਿਸਿਸ ਭੱਲਾ, ਮੇਰੇ ਵਾਈਫ, ਉਹਨਾਂ ਦੀ ਬੇਟੀ, ਮੇਰੀ ਬੇਟੀ, ਉਹਨਾਂ ਦਾ ਬੇਟਾ, ਮੇਰਾ ਬੇਟਾ, ਉਹ ਵੀ ਆਪਸ ਇੰਨਾ ਇੱਕ ਘੁਲ ਮਿਲ ਗਏ, ਇੱਕ ਮਤਲਬ ਫੈਬਰਿਕ, ਇੱਕ ਥ੍ਰੈਡ ਇੰਨਾ ਮਜ਼ਬੂਤ ਬਣ ਗਿਆ
ਕਿ ਉਹ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਚੱਲ ਰਿਹਾ ਜੀ। ਕੀ ਬਾਤ ਹੈ। ਸੋ ਇਹ ਵੀ ਇੱਕ ਬੜੀ ਮਿਸਾਲ ਬਣ ਗਈ ਹੈ ਨਾ ਕਿ ਇੱਕ ਕਰੀਅਰ ਵੀ ਨਾਲ ਦੋਸਤੀ ਵੀ, ਔਰ ਦੋਸਤੀ ਪਹਿਲਾਂ ਸੀ, ਬਾਕੀ ਚੀਜ਼ਾਂ ਦੇ ਕਲਾਸ ਫੈਲੋ ਸੀ, ਕਲਾਸਮੇਟ ਸੀਗੇ। ਸੋ ਇਹ ਇੰਨੀ ਲੰਬੀ ਦੋਸਤੀ ਚੱਲਣਾ ਇਹ ਵੀ ਆਪਣੇ ਆਪ 'ਚ ਮਿਸਾਲ ਹੈ। ਤਾਂ ਅਗਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਥੇ ਰਿਲੇਸ਼ਨਸ਼ਿਪਸ ਲਾਈਫ ਦੇ ਵਿੱਚ ਬਹੁਤ ਲੋਕਾਂ ਦੇ ਫੇਕ ਸਾਬਤ ਹੋਣ ਲੱਗ ਗਏ, ਸੋ ਤੁਸੀਂ ਕੀ ਉਹਨਾਂ ਦੇ ਲਈ ਐਡਵਾਈਸ ਕਰਨਾ ਚਾਹੋਗੇ ਕਿ ਇੱਕ ਦੋਸਤੀ ਜਾਂ ਇੱਕ ਪਿਆਰ ਬਣਾਏ ਰੱਖਣਾ ਜਾਂ ਇੱਕ ਰਿਸ਼ਤੇ ਨੂੰ ਬਣਾਏ ਰੱਖਣ ਦੇ ਲਈ ਸਭ ਤੋਂ ਮਜ਼ਬੂਤ ਤੰਦ ਕੀ ਹੁੰਦੇ ਨੇ? ਦੇਖੋ, ਇਹ ਤੁਸੀਂ ਤਾਂ ਬਸ ਜਿੱਦਾਂ ਢੰਗ ਨਾਲ ਸਵਾਲ ਕੀਤਾ, ਮੈਂ ਇਹਦਾ ਕਈ ਵਾਰੀ ਮੀਡੀਆ ਨੂੰ ਆਨਸਰ ਕਰ ਚੁੱਕਾ ਕਿ ਅਸੀਂ ਬਹੁਤ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਇਹਦਾ ਟੀਵੀ ਇੰਟਰਵਿਊ ਲਾਈਵ ਦੇ ਰਹੇ ਸੀਗੇ ਜੀ। ਲੇਡੀ ਹੋਸਟ ਸੀਗੇ, ਜਿਹੜੀ ਪਪੂਲਰ ਹੋਸਟ ਸੀਗੇ ਤੇ ਬੜਾ ਉਹਨਾਂ ਦਾ ਨਾਮ ਸੀ ਉਸ ਵੇਲੇ। ਉਹਨਾਂ ਨੇ ਸਾਨੂੰ ਔਨ ਕੈਮਰਾ ਇਹ ਲਾਈਵ ਸ਼ੋਅ ਦੇ ਵਿੱਚ ਸਵਾਲ ਕਰਤਾ ਕਿ ਭੱਲਾ ਜੀ, ਸ਼ਰਮਾ ਜੀ, ਤੁਸੀਂ ਜਦੋਂ ਛਿੰਗਾਟਾ ਲਿਖਦੇ ਆ ਕਰਦੇ ਆ ਕਿੰਨੀ ਕੰਟਰੀਬਿਊਸ਼ਨ ਹੁੰਦੀ ਆ, ਫਿਰ ਤੁਸੀਂ ਜਦੋਂ ਪਰਫਾਰਮ ਕਰਦੇ ਆ ਤੁਹਾਡਾ ਕਿੱਦਾਂ ਰੋਲ ਰਹਿੰਦਾ, ਫਿਰ ਤੁਸੀਂ ਜਦੋਂ ਬਾਅਦ 'ਚ ਪੇਮੈਂਟ ਮਿਲਦੀ ਆ ਉਹ ਕਿਵੇਂ ਵੰਡਦੇ ਆ? ਤੇ ਭੱਲਾ ਸਾਹਿਬ ਔਨ ਕੈਮਰਾ ਕਹਿੰਦੇ, ਮੈਡਮ ਜੀ ਸਾਨੂੰ ਤੁਸੀਂ ਇੰਟਰਵਿਊ ਕਰਨਗੇ ਲੜਾਉਣ ਲੱਗੇ ਆਪਸ ਵਿੱਚ, ਇਹ ਕੈਮਰੇ ਸਵਾਲ ਕਰਨਾ ਨਹੀਂ ਹੁੰਦਾ। ਬਟ ਮੈਂ ਮੈਡਮ ਨੂੰ ਕਹਿਤਾ, ਜੋ ਸਵਾਲ ਤੁਸੀਂ ਕੀਤਾ ਮੈਂ ਉੱਧਰ ਆ ਗਿਆ। ਮੈਂ ਕਿਹਾ ਮੈਡਮ ਗੱਲ ਇਹ ਆ, ਜੋ ਤੁਸੀਂ ਪੁੱਛਣਾ ਚਾਹੁੰਦੇ ਮੈਂ ਤੁਹਾਨੂੰ ਆਨਸਰ ਕਰਦਾ ਕਿ ਜਦੋਂ ਅਸੀਂ ਇਕੱਠੇ ਪਰਫਾਰਮ ਕਰਦੇ ਆ ਤੇ ਮੇਰੀ ਜਿਹੜੀ ਭਾਵਨਾ ਉਹ ਬੜੀ ਕਲੀਅਰ ਆ ਕਿ ਸਾਡਾ ਦੋਨਾਂ ਦਾ ਇੱਕ ਅਨਰਿਟਨ ਇੱਕ ਟਰਾਂਸਪੇਰੈਂਟ ਐਗਰੀਮੈਂਟ ਆ। ਉਹ ਸਮਝੌਤਾ ਕੀ ਹੈਗਾ ਕਿ ਜਿਹੜੀ ਆਪਾਂ ਹਾਕੀ ਦੀ ਗੇਮ ਖੇਡਦੇ ਆ ਤੇ ਜਦੋਂ ਬੰਦਾ ਡੀਚ ਜਾ ਕੇ ਫਾਈਨਲ ਨੂੰ ਕਿੱਕ ਹਿੱਟ ਮਾਰਦਾ ਉਹਨੂੰ ਗੋਲ ਮਿਲਦਾ, ਸੋ ਉਹ ਜਿਹੜਾ ਹਿੱਟ ਮਾਰਨ ਦਾ ਰੋਲ ਭੱਲਾ ਜੀ ਦਾ, ਅਸੀਂ ਮੈਂ ਜਾਂ ਨੀਲੂ ਜੀ ਆ, ਅਸੀਂ ਬਾਲ ਨੂੰ ਡਰਿਬਲ ਕਰਕੇ ਡੀਚ ਪਹੁੰਚਾਉਣਾ, ਸੱਜੇ ਢੰਗ ਨਾਲ ਪਾਸ ਦੇਣਾ ਤਾਂ ਕਿ ਭੱਲਾ ਜੀ ਗੋਲ ਕਰ ਸਕਣ। ਪਰ ਆਪਾਂ ਡਰਿਬਲ ਕਰਨ ਦੇ ਰੋਲ ਨੂੰ ਵੀ ਰੋਲ ਕਵਾਂਗੇ, ਯਾਨੀ ਕਿ ਜੇ ਆਪਾਂ ਜੇ ਤੁਸੀਂ ਕਿਹਾ ਵੀ ਆਉਣ ਵਾਲੀ ਪੀੜ੍ਹੀਆਂ ਦਰਸ਼ਕਾਂ ਦਾ ਸੀ, ਮੈਂ ਕਹਿਣਾ ਚਾਹੁੰਦਾ ਕਿ ਕੋਈ ਵੀ ਜਦੋਂ ਆਪਸ 'ਚ ਇਤਫਾਕ ਘਟਦਾ ਕਿਸੇ ਘਰ ਵਿੱਚ, ਪਰਿਵਾਰ ਵਿੱਚ, ਦੋਸਤਾਂ ਵਿੱਚ, ਕਿਤੇ ਵੀ ਸਮਾਜ, ਤਾਂ ਦੋ ਮੁੱਖ ਕਾਰਨ ਹੁੰਦੇ ਆ। ਇੱਕ ਹੁੰਦਾ ਪੈਸਾ, ਦੂਆ ਹੁੰਦੀ ਚੌਧਰ ਜੀ, ਕਿ ਜੇ ਪੈਸਾ ਠੀਕ ਠਾਕ ਆ ਤਾਂ ਇਹਦੀ ਇੰਪੋਰਟੈਂਸ ਵੱਧ ਮਿਲ ਗਈ, ਮੈਨੂੰ ਘੱਟ ਮਿਲ ਗਈ, ਘਰਾਂ 'ਚ ਵੀ ਹੁੰਦਾ ਹੈ। ਸੋ ਅਸੀਂ ਮਤਲਬ ਸਮਝਦੇ ਹਾਂ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਤੁਸੀਂ ਜਦੋਂ ਜ਼ਿੰਦਗੀ ਨੂੰ ਬਹੁਤ ਨੇੜਿਓਂ ਪਿਆਰ ਕਰਦੇ ਆ ਤਾਂ ਲਾਈਫ ਦੇ ਵਿੱਚ ਪਿਆਰ ਬਹੁਤ ਵੱਡੀ ਚੀਜ਼ ਆ। ਜਾਂ ਤੇਰ ਮੇਰ ਕਰਨੀ ਮੈਨੂੰ ਵੱਧ ਇੰਪੋਰਟੈਂਸ ਮਿਲੇ ਕਿ ਤੂੰ ਪਿੱਛੇ ਰਹੋ, ਕਦੀ ਕਲੇਸ਼ ਨਹੀਂ ਪੈਂਦਾ। ਪੈਸੇ ਨੂੰ ਪਿਆਰ ਨਾ ਕਰੋ। ਵੈਸੇ ਅਸੀਂ ਤਾਂ ਬੜੱਪਨ, ਸਾਡਾ ਮਤਲਬ ਭੱਲਾ ਸਾਹਿਬ ਦਾ ਬੜੱਪਨ ਸੀਗਾ, ਜਿਹੜੇ ਇੰਜਨ ਸੀਗੇ ਉਹਨਾਂ ਨੇ ਨਿਆਂ ਹੀ ਨਾ ਰੱਖਿਆ, ਸਾਨੂੰ ਪਿਆਰ ਹੀ ਨਾ ਦਿੱਤਾ। ਉਹਨਾਂ ਨੇ ਮਤਲਬ ਪਤਾ ਨਹੀਂ ਉਹਨਾਂ, ਮੈਂ ਤੇ ਨੀਲੂ ਜੀ ਵਿੱਤੀ ਤੌਰ ਤੇ ਫਾਈਨੈਂਸ਼ੀਅਲੀ ਡਿਜ਼ਰਵ ਇਹਨਾਂ ਕਰਦੇ ਨਹੀਂ ਸੀ ਜਿੰਨਾ ਸਾਨੂੰ ਉਹਨਾਂ ਨੇ ਚੱਕ ਕੇ ਰੱਖਿਆ। ਮੇਬੀ ਇਸ ਕਰਕੇ ਵੀ ਸਾਡੀ ਜਿਹੜੀ ਆਪਸ ਕਦੀ ਵੀ ਤੰਦ ਜਿਹੜੀ ਆ ਉਹ ਫਿੱਕੀ ਨਹੀਂ ਪਈ। ਰਾਈਟ। ਔਰ ਕਿਤੇ ਨਾ ਕਿਤੇ ਤੁਸੀਂ ਵੀ ਉਸ ਚੀਜ਼ ਨੂੰ ਅੰਡਰਸਟੈਂਡ ਕਰਕੇ ਭੱਲਾ ਸਾਹਿਬ ਨੂੰ ਉਹ ਰਿਸਪੈਕਟ ਤੇ ਉਹ ਸਾਥ ਉਹਨਾਂ ਦਾ ਜਿਹੜਾ ਤੁਸੀਂ ਵੀ ਦਿੰਦੇ ਰਹੇ ਤੇ ਉਧਰੋਂ ਉਹਨਾਂ ਦੇ ਵੱਲੋਂ ਵੀ ਸੇਮ ਕੋਆਪਰੇਸ਼ਨ। ਵੈਸੇ ਤਾਂ ਦੋਨੇ ਪਾਸਿਓਂ ਯੈਸ ਯੂ ਆਰ ਰਾਈਟ ਕਿ ਇੰਪੋਰਟੈਂਟ ਦੋਨੇ ਪਾਸੇ ਹੁੰਦੀ ਆ, ਪਰ ਉਹਦੇ ਵਿੱਚ ਸਭ ਤੋਂ ਮੈਂ ਜ਼ਰੂਰੀ ਸਮਝਦਾ ਕਿ ਭੱਲਾ ਸਾਹਿਬ ਨੂੰ ਐਜ਼ ਐਕਟਰ ਜਾਂ ਐਜ਼ ਕਮੇਡੀਅਨ ਦੁਨੀਆ ਜਾਣਦੀ ਆ। ਮੈਂ ਤਾਂ ਉਸ ਪਰਿਵਾਰ ਦੇ ਨਾਲ 77 ਤੋਂ ਵਿਚਰਦਾ ਇੱਕ ਮੈਂਬਰ ਤੌਰ ਤੇ, ਛੋਟੇ ਭਰਾ ਵਾਂਗੂ, ਇੱਕ ਪਰਿਵਾਰ ਦੇ ਮੈਂਬਰ ਵਾਂਗੂ। ਜਾਣੀ ਉਹ ਬਲੈਸਡ ਨੇ ਕਿ ਹੀ ਇਜ਼ ਐਬਸੋਲੂਟਲੀ ਟਰੂ ਐਂਡ ਪਿਓਰ ਪਾਇਸ ਪਰਸਨੈਲਿਟੀ, ਜਿਹੜਾ ਸ਼ੁੱਧ ਬੰਦਾ ਵਾ, ਖਰਾ ਬੰਦਾ ਜਿਹਨੂੰ ਕਹਿੰਦਾ ਵੀ ਉਹਨਾਂ ਨੇ ਜ਼ਿੰਦਗੀ 'ਚ ਡਿਚ ਨਹੀਂ ਕੀਤਾ ਕਿਸੇ ਨੂੰ, ਧੋਖਾ ਧੜੀ ਨਹੀਂ ਕਰਨੀ, ਕੋਈ ਵੀ ਕਿਸੇ ਨਾਲ ਵਲ ਫਰੇਬ ਉਹ ਨਹੀਂ ਕਰਨਾ। ਉਹ ਪਿਓਰਿਟੀ ਉਹਨਾਂ ਦਾ ਹੋਣਾ, ਜਿਹੜਾ ਅੱਛਾ ਸੁਭਾਅ ਹੋਣਾ। ਔਰ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਨਾ ਕਿ ਇੱਕ ਸਰਵੈਂਟ ਪੁੱਤ ਬਣ ਕੇ ਦਿਖਾਉਣਾ। ਭੱਲਾ ਸਾਹਿਬ ਨੇ ਆਪਣੇ ਪਰਿਵਾਰ ਵਿੱਚ ਜੋ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ, ਉਹਨਾਂ ਦੇ ਪਿਤਾ ਜੀ ਹੁਣ ਪੂਰੇ ਹੋ ਗਏ ਇਸ ਦੀਵਾਲੀ ਤੇ, ਪਿਛਲੇ ਡੈਥ ਹੋ ਗਈ ਉਹਨਾਂ ਦੀ। ਮਾਤਾ ਜੀ ਨੂੰ ਹੁਣ ਕੁਝ ਦਿਨ ਪਹਿਲਾਂ ਹੀ ਮਾਤਾ ਜੀ ਨੂੰ ਨਾਲ ਲੈ ਕੇ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ 'ਚ, ਵੈਸ਼ਨੋ ਯਾਤਰਾ। ਮਾਤਾ ਜੀ ਦੀ 80+ ਏਜ ਹੈਗੀ ਆ, ਪਰ ਮੈਨੂੰ ਅੱਛਾ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੀ ਸਮਾਜ ਨੂੰ ਸੁਨੇਹਾ ਵੇਖ ਕਿ ਜੇ ਅਸੀਂ ਮਾਂ ਪਿਓ ਨੂੰ ਇੰਨਾ ਸਤਿਕਾਰ ਦਿੰਦੇ ਆ ਤੇ ਜਦੋਂ ਪੁਖਰਾਜ ਬੇਟਾ ਤੇ ਨੋ ਨਾਲ ਸੀਗੇ ਤਾਂ ਉਹ ਬੱਚੇ ਘਰ ਤੋਂ ਸਿੱਖਦੇ ਗੱਲ ਕਿ ਸਾਡੇ ਜਿਹੜੇ ਪਿਤਾ ਜੀ ਮਾਤਾ ਜੀ ਆ ਇਸ ਸਟੇਜ ਤੇ ਆਪਣੀ ਮਦਰ ਦੀ ਰਿਸਪੈਕਟ ਕਰਦੇ ਆ, ਉਹਨਾਂ ਦੇ ਪੈਰ ਫੜਦੇ ਆ, ਉਹਨਾਂ ਨੂੰ ਘੁਮਾਉਂਦੇ ਫਿਰਾਉਂਦੇ ਆ। ਤੇ ਅਸੀਂ ਵੀ ਸਿੱਖਣਾ ਇਹ ਸਮਾਜਿਕ ਸੁਨੇਹਾ ਵੀ ਆਪਣੇ ਆਪ 'ਚ ਸਮਾਜਿਕ ਸੁਨੇਹਾ। ਔਰ ਇਹ ਚੀਜ਼ ਦੇਖਣ ਵਾਲੀ ਹੈ ਕਿ ਅਸੀਂ ਸਿਰਫ ਫਿਲਮਾਂ ਦੇ ਵਿੱਚ ਸੁਨੇਹਾ ਨਹੀਂ ਦਿੰਦੇ, ਅਸੀਂ ਰੀਅਲ ਲਾਈਫ ਤੋਂ ਵੀ, ਰੀਅਲ ਲਾਈਫ ਤੇ ਰੀਅਲ ਲਾਈਫ ਇੱਕ ਕਰਕੇ ਦੋਨਾਂ ਤੋਂ ਸੁਨੇਹਾ ਦਿੰਦੇ ਆ। ਸੋ ਬਹੁਤ ਵਧੀਆ ਗੱਲ ਹੈ ਸਰ। ਔਰ ਮੈਂ ਇਸ ਦੀ ਅਗਰ ਦੁਬਾਰਾ ਛਿਨਕਾਟਾ ਦੀ ਗੱਲ ਕਰਦੇ ਹਾਂ, ਸੋ ਛਿਨਕਾਟਾ ਜਾਂ ਫਿਰ ਤੁਹਾਡੀ ਜਿਹੜੀ ਕਲਾ ਸੀਗੀ ਉਸਨੇ ਸਿਰਫ ਔਰ ਸਿਰਫ ਲੋਕਾਂ ਦਾ ਮਨੋਰੰਜਨ ਹੀ ਨਹੀਂ ਕੀਤਾ, ਬੜੇ ਸਾਰੇ ਲੋਕਾਂ ਦੀ ਜ਼ਿੰਦਗੀ ਬਣਾਤੀ, ਕਰੀਅਰ ਵੀ ਬਣਾਤੇ। ਕੀ ਤੁਸੀਂ ਇਸ ਤੋਂ ਵਾਕਿਫ ਹੋ? ਬਿਲਕੁਲ ਗੱਲ ਹੈ ਜੀ। ਅਸੀਂ ਚਲੋ ਇਹ ਤਾਂ ਪ੍ਰਵਰਤਨ ਵੀ ਕਰਦੇ ਜੀ ਭਗਵੰਤ ਮਾਨ ਸਾਹਿਬ ਦੀ ਕਿਤੇ ਨਾ ਕਿਤੇ, ਮਤਲਬ ਉਹ ਜਿਹੜੀ ਫਾਰਮ ਤੁਸੀਂ ਇੰਟਰੋਡਿਊਸ ਕੀਤੀ ਸੀ ਉਸ ਰਾਹ ਦੇ ਉੱਤੇ ਉਹ ਵੀ ਚੱਲੇ। ਔਰ ਭਗਵੰਤ ਮਾਨ ਸਾਹਿਬ ਦਾ ਆਪਣਾ ਮੁਕਾਮ, ਉਹਨਾਂ ਦਾ ਕਮੇਡੀ ਵਿੱਚ ਵੀ ਆਪਣਾ ਇੱਕ ਸਥਾਨ ਸੀ। ਇਹ ਠੀਕ ਆ ਕਿ ਅਸੀਂ ਜੇ 88 'ਚ ਆ ਗਏ ਤੇ 92 ਵਿੱਚ ਮਾਨ ਸਾਹਿਬ ਦੀ ਕੁਲਫੀ ਗਰਮਾ ਗਰਮ ਬਹੁਤ ਸੁਪਰ ਡੁਪਰ ਹਿੱਟ ਹੋ ਗਈ ਸੀ। ਉਹਨਾਂ ਦਾ ਗੋਭੀ ਦੀ ਕੱਚੀ ਵਪਾਰ ਨੇ, ਜਿੰਨੇ ਕੈਸਟਰਾਂ ਨੇ ਕੱਢੀਆਂ, ਕੁਰਸੀ ਰਾਣੀ, ਯਾਨੀ ਇੰਨਾ ਕਹਿ ਸਕਦੇ ਕਿ ਸਾਡਾ ਕਾਮਨ ਥ੍ਰੈਡ ਜਿਹੜੇ ਉਹ ਜਰਨੈਲ ਘਮਾਨ ਸੀਗੇ। ਜਰਨੈਲ ਘਮਾਨ ਸਾਡੇ ਉਹ CMC ਕੰਪਨੀ ਦੇ ਮਾਲਕ ਸੀ ਜੀ। ਉਹਨਾਂ ਨੇ ਛਿਨਕਾਟਿਆਂ ਨੂੰ ਪਾਲਿਸ਼ ਕਰਕੇ ਮਾਰਕੀਟ ਪੇਸ਼ ਕੀਤਾ। ਉਹਨਾਂ ਨੇ ਭਗਵੰਤ ਮਾਨ ਜੀ ਨੂੰ ਮਾਰਕੀਟ ਲੈ ਕੇ ਆਂਦਾ।
ਜਦੋਂ ਕਮੇਡੀ ਵਿੱਚ। ਤੇ ਭਗਵੰਤ ਮਾਨ ਜੀ ਦੀ ਜਿਹੜੀ ਕਮੇਡੀ ਆ ਉਹ ਪੋਲੀਟੀਕਲ ਸਟਾਰ ਹੁੰਦੇ ਸੀਗੇ ਤੇ ਉਹਨਾਂ ਦੀ ਸਮਝ ਤੇ ਉਹਨਾਂ ਦੀ ਪਕੜ ਜਿਹੜੀ ਆ ਉਹ ਝਲਕਦੀ ਸੀ ਤੇ ਮੇਰਾ ਖਿਆਲ ਉਹ ਪਕੜ ਝਲਕ ਕਰਕੇ ਹੀ ਅੱਜ ਉਸ ਕੁਰਸੀ ਤੇ ਬਹਿ ਗਏ। ਕੀ ਬਾਤ ਹੈ। ਸੋ ਕਿਤੇ ਨਾ ਕਿਤੇ ਇੱਕ ਖੁਸ਼ੀ ਔਰ ਪ੍ਰਾਊਡ ਮੂਵਮੈਂਟ ਸੀਗਾ ਉਹ ਤੁਹਾਡੇ ਲਈ ਜਿਸ ਟਾਈਮ ਬਿਲਕੁਲ ਸਾਡੇ ਵਾਸਤੇ ਤਾਂ ਜਦੋਂ ਪ੍ਰੀ ਇਲੈਕਸ਼ਨ ਪੀਰੀਅਡ ਵਿੱਚ ਹੀ ਜਦੋਂ ਕਿਤੇ ਗੱਲ ਚੱਲਦੀ ਸੀਗੀ ਭੱਲਾ ਸਾਹਿਬ ਦੇ ਨਾਲ ਮੇਰੇ ਨਾਲ, ਅਸੀਂ ਦਿਲੋਂ ਕਹਿੰਦੇ ਹੁੰਦੇ ਸੀ ਕਿ ਮਾਨ ਸਾਹਿਬ ਤੁਹਾਡਾ ਜਿਹੜਾ ਅਕੀਦਾ ਬਹੁਤ ਪੱਕਾ ਵਾ, ਤੁਹਾਡੀ ਡਿਟਰਮੀਨੇਸ਼ਨ ਜਿਹੜੀ ਬਹੁਤ ਸਟਰੋਂਗ ਆ ਤੇ ਪ੍ਰਮਾਤਮਾ ਤੁਹਾਡੀ ਝੋਲੀ ਜ਼ਰੂਰ ਸਫਲਤਾ ਪਾਊਗਾ। ਔਰ ਦਿਲੋਂ ਕਹਿੰਦੇ ਹੁੰਦੇ ਸੀਗੇ, ਕਹਿੰਦੇ ਸੀ ਵੀ ਮੈਂ ਤਾਂ ਇਹ ਚਾਹੁੰਦਾ ਕਿ ਜਿਹੜਾ ਸਿਆਸੀ ਬੰਦਿਆਂ ਦੇ ਦਿਮਾਗ 'ਚ ਇਹ ਗੱਲ ਹੈਗੀ ਆ ਵੀ ਇਹ ਕਮੇਡੀ ਨੂੰ ਚੜਾਓ ਪਹਿਲਾਂ ਸਟੇਜ ਤੇ 15-20 ਮਿੰਟ ਮਨੋਰੰਜਨ ਕਰਨਗੇ, ਅਸੀਂ ਬਾਅਦ 'ਚ ਆ ਜਾਵਾਂਗੇ। ਤੇ ਮੈਨੂੰ ਉਹਨਾਂ ਦੀ ਗੱਲ ਯਾਦ ਮਾਨ ਸਾਹਿਬ ਦੀ ਕਿ ਭੱਲਾ ਜੀ ਸ਼ਰਮਾ ਜੀ ਆਪਾਂ ਉਹ ਬਾਅਦ ਵਾਲੇ ਨਹੀਂ ਬਣ ਸਕਦੇ। ਯਾਨੀ ਉਹਨਾਂ ਨੇ ਕਿਹਾ ਕਰਨਾ ਕਿ ਜੇ ਇਹ ਸੀਐਮ ਸਾਹਿਬ ਵੱਡੇ ਸੀ ਰਹੇ ਜਿਹੜੇ ਸੀ, ਮੈਂ ਨਾਂ ਕੀ ਲੈਣਾ, ਵੀ ਉਹ ਸਾਨੂੰ ਇਹ ਸਮਝਦੇ ਆ ਮਸਕਰੇ ਆ ਵੀ ਕੀ ਅਸੀਂ ਉਹ ਰੋਲ ਨਹੀਂ ਸਜੀਦਾ ਰੋਲ ਨਹੀਂ ਬਣਾ ਸਕਦੇ। ਤੇ ਮਾਨ ਸਾਹਿਬ ਨੇ ਆਪਣਾ ਇਰਾਦਾ ਇੰਨਾ ਪੱਕਾ ਰੱਖਿਆ ਕਿ ਅੱਜ ਉਹ ਬਣ ਕੇ ਦਿਖਾ। ਕਿਤੇ ਨਾ ਕਿਤੇ ਇੱਕ ਕਹਿੰਦੇ ਨਾ ਕਿ ਜਦੋਂ ਤੁਹਾਡੇ ਇਰਾਦੇ ਪੱਕੇ ਹੁੰਦੇ ਨੇ ਤਾਂ ਪੂਰੀ ਕਾਇਨਾਤ ਜੁੜ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਕਾਮਯਾਬ ਸ਼ਿੱਦਤ ਨਾਲ ਹੈ ਨਾ। ਅੱਛਾ ਸਰ, ਇੱਕ ਗੱਲ ਹੈ ਕਿ ਜਿਵੇਂ ਕਿ ਤੁਸੀਂ ਵੀ ਗਵਰਨਮੈਂਟ ਜੌਬ ਦੇ ਉੱਤੇ ਸੀਗੇ, ਭੱਲਾ ਸਾਹਿਬ ਵੀ ਸੀਗੇ, ਨੀਲੂ ਮੈਮ ਵੀ ਸੀਗੇ, ਸੋ ਹੁੰਦਾ ਹੈ ਨਾ ਕਿ ਸਰਕਾਰੀ ਨੌਕਰੀ ਵਾਲਿਆਂ ਨੂੰ ਕਿਤੇ ਨਾ ਕਿਤੇ ਲੋਕੀ ਨਾ ਥੋੜਾ ਇਦਾਂ ਲੈਂਦੇ ਨੇ ਕਿ ਇਹ ਤੇ ਥੋੜੇ ਬੇਸਵਾਦੇ ਹੋਣਗੇ, ਯਾਨੀ ਕਿ ਬੋਰਿੰਗ ਲਾਈਫ ਹੋਊਗੀ ਇਹਨਾਂ ਦੀ, ਇਹ ਤਾਂ ਰੂਟੀਨ ਵਾਲੇ ਹੋਣਗੇ। ਪਰ ਜਦੋਂ ਤੁਸੀਂ ਕਿਸੇ ਤੇ ਜਾਂਦੇ ਹੋਵੋਗੇ ਜਿਸ ਟਾਈਮ ਫੰਕਸ਼ਨ ਦੇ ਉੱਤੇ ਜਾਂ ਕਿਤੇ ਵੀ, ਤਾਂ ਲੋਕੀ ਬਹੁਤ ਹੀ ਐਕਸਾਈਟ ਹੋ ਜਾਂਦੇ ਹੋਣੇ ਤੁਹਾਨੂੰ ਦੇਖ ਕੇ, ਕਿਉਂਕਿ ਤੁਹਾਡਾ ਇੱਕ ਅਲੱਗ ਰੂਪ ਜਿਹੜਾ ਛਣਕਾਟੇ ਦੇ ਵਿੱਚ ਵੀ ਨਜ਼ਰ ਆਉਂਦਾ ਸੀ। ਮੇਰੀ ਗੱਲ ਨੂੰ ਸਮਝ? ਬਿਲਕੁਲ। ਹੁਣ ਸਰ ਹੱਸ ਨਹੀਂ ਰਹੇ ਸੀ, ਮੈਨੂੰ ਟੈਨਸ਼ਨ ਹੋਣ ਲੱਗੀ, ਮੈਂ ਕਿਹਾ ਕਿਤੇ ਬੇਸਵਾਦੀ ਵਾਲੀ ਗੱਲ ਨਹੀਂ, ਇਸ ਤਰ੍ਹਾਂ ਨਹੀਂ ਗੱਲ। ਯਾਨੀ ਕਿ ਜਿਹੜਾ ਇੱਕ ਐਵੇਂ ਕਹਿ ਲੈਂਦੇ ਕਿ ਲੋਕੀ ਕਹਿੰਦੇ ਕਿ ਇੱਕ ਬੋਰਿੰਗ ਲਾਈਫ ਹੋ ਜਾਂਦੀ ਹੈ, ਰੂਟੀਨ ਲਾਈਫ ਹੋ ਜਾਂਦੀ ਹੈ ਕਿ ਤੁਸੀਂ ਇੱਕ ਰੂਟੀਨ ਦੇ ਵਿੱਚ ਹੀ ਜੀ ਰਹੇ ਹੋ। ਬਟ ਜਿਹੜੀ ਇੱਕ ਕਾਮੇਡੀਅਨ ਔਰ ਐਕਟਰ ਵਾਲੀ ਲਾਈਫ ਹੈ ਉਹ ਬੜੀ ਐਡਵੈਂਚਰ ਲਾਈਫ ਹੈ ਕਿ ਤੁਸੀਂ ਹਰ ਟਾਈਮ ਦੇ ਉੱਤੇ ਕੁਝ ਐਕਸਪੈਰੀਮੈਂਟ। ਮੈਂ ਤੁਹਾਡਾ ਸਵਾਲ ਬਿਲਕੁਲ ਸਮਝ ਗਿਆ ਔਰ ਕੋਸ਼ਿਸ਼ ਕਰੂੰਗਾ ਮੈਂ ਤੁਹਾਨੂੰ ਢੁਕਵਾਂ ਜਵਾਬ ਦੇਵਾਂ ਜੀ। ਯਾਨੀ ਮੈਂ ਮਾਰਕਫੈਡ ਵਿੱਚ 87 ਵਿੱਚ ਆ ਗਿਆ ਸੀਗਾ, ਡਿਸਟ੍ਰਿਕਟ ਮੈਨੇਜਰ ਡੀਐਮ ਜਲੰਧਰ, ਡੀਐਮ ਲੁਧਿਆਣਾ ਕੰਮ ਕਰਨ ਤੋਂ ਬਾਅਦ ਚੰਡੀਗੜ੍ਹ ਆ ਗਏ, ਇੱਥੇ ਡਿਪਟੀ ਚੀਫ ਮੈਨੇਜਰ ਬਣ ਗਏ, 2006 ਚੀਫ ਮੈਨੇਜਰ ਬਣ ਗਏ, 2011 ਵਿੱਚ ਐਗਜ਼ੈਕਟਿਵ ਡਾਇਰੈਕਟਰ ਬਣ ਗਏ, 2017 ਵਿੱਚ ਮੈਂ ਐਡੀਸ਼ਨਲ ਐਮਡੀ ਵਧੀਕ ਐਮਡੀ ਆਈਐਸ ਦੇ ਬਰਾਬਰ ਦੀ ਪੋਸਟ ਤੇ ਆ ਗਿਆ। ਪਰ ਤੁਸੀਂ ਗੱਲ ਕੀਤੀ ਕਿ ਜਦੋਂ ਤੁਸੀਂ ਕਾਮੇਡੀ ਜਾਂ ਕਲਾਕਾਰੀ ਨੂੰ ਐਜ਼ ਅਫਸਰ ਤੌਰ ਤੇ ਜਦੋਂ ਦੋਨੋਂ ਚੀਜ਼ਾਂ ਇਕੱਠੀਆਂ ਵੀ ਫੇਸ ਕਰਨੇ ਪੈਂਦੀਆਂ ਸੀਗੀਆਂ ਤਾਂ 2004-05 ਦੀ ਗੱਲ ਹੋਣੀ ਸੀ। ਅੱਛਾ ਜੀ। ਉਦੋਂ ਭਗਵੰਤ ਮਾਨ ਜੀ ਸਿਆਸਤ ਵਿੱਚ ਨਹੀਂ ਸੀ ਆਏ ਜੀ। ਤੇ ਇੱਕ ਕੰਪਨੀ ਸੀ ਕੋਈ ਜਰਮਨ ਦੀ, ਉਹਨਾਂ ਨੇ ਭਗਵੰਤ ਮਾਨ ਜੀ ਨੂੰ ਬ੍ਰਾਂਡ ਐਂਬੈਸਡਰ ਅਪਾਇੰਟ ਕਰ ਲਿਆ ਕੰਪਨੀ ਦਾ, ਕਿਉਂਕਿ ਕਮੇਡੀਅਨ ਸੀਗੇ, ਵੱਡਾ ਨਾਮ ਸੀ। ਤੇ ਇਹ ਗੱਲ ਮੈਂ ਕਿੱਥੇ ਸੁਣਾਈ ਸੀ, ਮੈਂ ਪਿੱਛੇ ਜੇ 2 ਸਾਲ ਪਹਿਲਾਂ ਅਮਰੀਕਾ ਗਿਆ, ਉੱਥੇ ਭਗਵੰਤ ਮਾਨ ਜੀ ਦੇ ਸਾਥੀ, ਜਿਵੇਂ ਮੈਂ ਭੱਲੇ ਦੇ ਸਾਥੀ ਹੈਗਾ, ਜੱਗੀ ਇਹਨਾਂ ਦੇ ਸਾਥੀ ਆ, ਤੇ ਉੱਥੇ ਟੀਵੀ ਬੜਾ ਪਪੂਲਰ ਹੈ ਜਸ ਪੰਜਾਬੀ, ਉਹਦੇ ਹੋਸਟ ਹੈਗੇ ਆ ਤੇ ਮੇਰੇ ਦੋਸਤ ਆ ਉਹ। ਤੇ ਜੱਗੀ ਜੀ ਨੇ 2 ਘੰਟੇ ਤੱਕ ਲਾਈਵ ਸ਼ੋਅ ਕੀਤਾ ਫ੍ਰੈਜ਼ਨੋ 'ਚ, ਅਗਸਤ 2019 ਦੀ ਗੱਲ ਆ। ਉਹ ਲਾਈਵ ਸ਼ੋਅ ਸਾਡਾ ਮਾਰਕਫੈਡ ਵੱਲੋਂ ਮੈਂ ਗਿਆ ਸੀ ਤੇ ਉੱਥੇ ਅਸੀਂ ਡਿਸਟ੍ਰੀਬਿਊਟਰ ਮਾਰਟ ਕੀਤਾ ਸੀ, ਨੈਸ਼ਨਲ ਡਿਸਟ੍ਰੀਬਿਊਟਰ, ਉਹ ਮੇਰੇ ਦੋਸਤ ਨੀਟੂ ਜੀ, ਉੱਥੇ ਸ਼ੋਅ ਕਰ ਲਿਆ, ਖਤਮ, ਪੌਣੇ 2 ਘੰਟੇ ਹੋ ਗਏ ਤੇ ਲਾਈਵ ਸ਼ੋਅ ਸੀ। ਤੇ ਜੱਗੀ ਜੀ ਕਹਿਣ ਲੱਗੇ ਸ਼ਰਮਾ ਜੀ ਛਣਕਾਟੇ ਦੀ ਗੱਲ ਕਰ ਲਈਏ ਕੁਛ। ਤੇ ਮੈਂ ਉਹਨਾਂ ਨੂੰ ਹੱਸਦੇ ਜਵਾਬ ਦਿੱਤਾ, ਮੈਂ ਕਿਹਾ ਜੱਗੀ ਜੀ ਛਣਕਾਟੇ ਦੀ ਵੀ ਕਰਦੇ ਆ, ਪਹਿਲਾਂ ਤੁਹਾਡੀ ਗੱਲ ਕਰ ਲਈਏ। ਕਹਿੰਦਾ ਮੇਰੀ ਗੱਲ? ਮੈਂ ਕਿਹਾ ਹਾਂ ਤੁਹਾਡੀ ਗੱਲ। ਫਿਰ ਮੈਂ ਸ਼ੁਰੂ ਕੀਤੀ ਗੱਲ ਵੀ ਜੱਗੀ ਜੀ ਇਹ ਗੱਲ 2004-05 ਦੀ ਆ, ਭਗਵੰਤ ਮਾਨ ਜੀ ਸਿਆਸਤ ਵਿੱਚ ਨਹੀਂ ਸੀ ਆਏ, ਉਹਨਾਂ ਨੂੰ ਇੱਕ ਕੰਪਨੀ ਨੇ ਬ੍ਰਾਂਡ ਐਂਬੈਸਡਰ ਅਪਾਇੰਟ ਕਰ ਲਿਆ। ਉਹ ਕੰਪਨੀ ਦਾ ਐਗਰੀਮੈਂਟ ਮਾਰਕਫੈਡ ਨਾਲ ਹੋ ਗਿਆ। ਉਹ ਕੰਪਨੀ ਨਾ ਸ਼ੇਖਰ ਜੀ ਕੋਈ ਨਾ ਵੈਦਰ ਦੇ ਫੋਰਕਾਸਟਿੰਗ ਕਾਰਡ ਵੀ ਮੌਸਮ ਆਉਣ ਵਾਲੇ ਸਮੇਂ ਕਿੱਦਾਂ ਰਹੂਗਾ ਉਹਦੇ ਕਾਰਡ ਵੇਚਦੇ ਸੀਗੇ, ਉਹ ਫਾਰਮਰ ਨੂੰ ਵੇਚਦੇ ਸੀਗੇ ਥਰੂ ਕੋਆਪਰੇਟਿਵ ਸੋਸਾਇਟੀਜ਼। ਤੇ ਮੇਰੇ ਕੋਲ ਮਹਿਕਮਾ ਸੀਗਾ ਉਹ, ਯਾਨੀ ਮੈਂ ਚੀਫ ਮੈਨੇਜਰ ਇਨਪੁਟ ਸੀਗਾ ਤੇ ਫਰਟੀਲਾਈਜ਼ਰ ਡਿਸਟ੍ਰੀਬਿਊਟ ਕਰਨਾ, ਉਹ ਸੋਸਾਇਟੀਆਂ ਦਾ ਕੰਮ ਮੇਰੇ ਕੋਲ ਸੀਗਾ। ਸੋ ਕੰਪਨੀ ਦਾ ਐਗਰੀਮੈਂਟ ਜਦੋਂ ਹੋਇਆ ਤੇ ਮੈਨੂੰ ਸਾਈਨ ਕਰਨਾ ਪਿਆ ਐਗਰੀਮੈਂਟ। ਅੱਛਾ। ਤੇ ਕਿਸਾਨ ਮੇਲਾ ਲੁਧਿਆਣੇ ਵਿੱਚ ਕੰਪਨੀ ਨੇ ਸਟਾਲ ਲਾਇਆ, 500-700 ਕਿਸਾਨ ਖੜਾ ਸਟਾਲ ਤੇ ਭਗਵੰਤ ਮਾਨ ਜੀ ਨੇ ਉਹਨਾਂ ਨੇ ਬਤੌਰ ਬ੍ਰਾਂਡ ਐਂਬੈਸਡਰ ਬੁਲਾਇਆ, ਮੈਨੂੰ ਬਤੌਰ ਚੀਫ ਮੈਨੇਜਰ ਬੁਲਾਇਆ ਤੇ ਮੈਨੂੰ ਸਟਿਫ ਹੋ ਕੇ ਤੁਹਾਡੀ ਗੱਲ ਠੀਕ ਹੈ ਇੱਦਾਂ ਬਹਿਣਾ ਪੈਣਾ ਸੀ ਅਫਸਰਾਂ ਨੂੰ ਐਜ਼ ਕਮੇਡੀਅਨ ਨਹੀਂ। ਤੇ ਭਗਵੰਤ ਮਾਨ ਜੀ ਜਦੋਂ ਸਟੇਜ ਤੇ ਗਏ, ਮੈਂ ਜੱਗੀ ਨੂੰ ਗੱਲ ਸੁਣਾ ਰਿਹਾ ਹੈ, ਮੈਂ ਕਿਹਾ ਜੱਗੀ ਜੀ ਭਗਵੰਤ ਮਾਨ ਜੀ ਨੂੰ ਜਾਂਦੇ ਮਾਈਕ ਕਿਹਾ ਬਾਕੀ ਗੱਲਾਂ ਬਾਅਦ ਚ ਕਰਦੇ ਆ, ਅਜੀਤ ਅਖਬਾਰ ਵਾਲੇ ਆਏ ਹੋਏ ਜੀ, ਤੁਸੀਂ ਮੈਨੂੰ ਪਤਾ ਕੱਲ੍ਹ ਖਬਰ ਕੀ ਲਾਉਣੀ ਆ ਕਿ ਬਾਲ ਮੁਕੰਦ ਸ਼ਰਮਾ ਨੇ ਜਸਵਿੰਦਰ ਭੱਲਾ ਸਾਥ ਛੱਡਿਆ ਤੇ ਭਗਵੰਤ ਮਾਨ ਨਾਲ ਆ ਮਿਲਿਆ। ਅੱਛਾ। ਤੇ ਮੈਂ ਸੋਚਿਆ ਵੀ ਮੈਨੂੰ ਜਵਾਬ ਤਾਂ ਆ ਗਿਆ ਸੀ, ਮੈਂ ਕਿਹਾ ਭਗਵੰਤ ਜੀ ਇਹ ਜਵਾਬ ਮੈਂ ਹੁਣ ਨਹੀਂ ਦਊਂਗਾ ਕਿਉਂਕਿ ਹੁਣ ਮੈਂ ਅਫਸਰ ਬੈਠਾ। ਤੇ ਰਾਤ ਦੇ ਡਿਨਰ ਤੇ ਮੈਂ ਜਵਾਬ ਦਿੱਤਾ, ਮੈਂ ਜੱਗੀ ਨੂੰ ਸੁਣਾਇਆ ਗੱਲ, ਮੈਂ ਜੱਗੀ ਭਗਵੰਤ ਮਾਨ ਜੀ ਨੂੰ ਕਿਹਾ, ਮੈਂ ਕਿਹਾ ਮਾਨ ਸਾਹਿਬ ਖਬਰ ਇਹ ਨਹੀਂ ਬਣਨੀ ਕਿ ਬਾਲ ਮੁਕੰਦ ਨੇ ਜਸਵਿੰਦਰ ਭੱਲਾ ਸਾਥ ਛੱਡਿਆ, ਖਬਰ ਇਹ ਬਣਨੀ ਆ ਕਿ ਬਾਲ ਮੁਕੰਦ ਜੱਗੀ ਇਕੱਠੇ ਹੋ ਗਏ ਆਪਸ 'ਚ। ਤੇ ਜੱਗੀ ਕਹਿੰਦਾ ਭਾਜੀ ਮੈਂ ਸ਼ਾਹਕੋਟ ਦਾ, ਤੁਸੀਂ ਲੋਹੀਆਂ ਦੇ, ਆਪਾਂ ਇੱਕ ਇਲਾਕੇ ਦੇ ਆ, ਆਪਾਂ ਰਲ ਕੇ ਕੈਸਟ ਬਣਾਈਏ, ਕੈਸਟ ਸੁਪਰ ਡੁਪਰ ਹਿੱਟ ਹੋਣੀ। ਸ਼ਰਮਾ ਭਾਜੀ ਦਿਮਾਗ ਮੇਰਾ ਤੇ ਪੈਸਾ ਤੁਹਾਡਾ, ਕੈਸਟ ਹਿੱਟ। ਮੈਂ ਕਿਹਾ ਜੱਗੀ ਹਿੱਟ ਤਾਂ ਕੀ, ਇਹ ਕੈਸਟ ਬਣਨੀ ਨਹੀਂ,
ਕਹਿੰਦਾ ਕਿਉਂ? ਮੈਂ ਕਿਹਾ ਭਰਾਵਾ ਮੇਰੇ ਕੋਲ ਪੈਸਾ ਹੈ ਨਹੀਂ, ਤੇਰੇ ਕੋਲ ਦਿਮਾਗ ਹੈ ਨਹੀਂ। ਤੇ ਉਹ ਮੇਰੇ ਤੋਂ ਗੱਲ ਸੁਣਾਈ ਜੱਗੀ ਕਹਿੰਦਾ ਭਾਜੀ ਮੈਂ ਤਾਂ ਹੋਸਟ ਹਾਂ ਇੱਥੇ, ਯਾਨੀ ਕਮੇਡੀ ਤਾਂ ਨਿਕਲਦੀ ਇੱਕ ਦੂਜੇ ਚੁੰਡੀ ਵੱਢ ਕੇ ਤੁਹਾਨੂੰ ਕਮੇਡੀ ਕਰਨੀ ਪੈਂਦੀ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਯਾਦਾਂ ਕਿੱਸੇ ਸਾਡੇ ਨਾਲ ਜੁੜੇ ਹੋਏ ਆ। ਜੀ ਬਿਲਕੁਲ। ਔਰ ਮਤਲਬ ਇਹਦੇ ਨਾਲ ਹੀ ਨਾਲ ਮੈਂ ਇਹ ਵੀ ਜਾਣਨਾ ਚਾਹ ਰਿਹਾ ਸੀਗਾ ਕਿ ਜਦੋਂ ਇੱਕ ਸਟਾਰ ਲਾਈਫ ਸ਼ੁਰੂ ਹੋ ਜਾਂਦੀ ਹੈ, ਜਦੋਂ ਇੱਕ ਕੋਸ਼ਿਸ਼ ਸੀਗੀ, ਸ਼ਾਇਦ ਇੱਕ ਪਤਾ ਨਹੀਂ ਚੱਲਦਾ ਕਿ ਤੁਸੀਂ ਕਦੋਂ ਟਰਾਂਸਫਾਰਮ ਹੋ ਗਏ, ਜਦੋਂ ਇੱਕ ਸਟਾਰ ਲਾਈਫ ਸ਼ੁਰੂ ਹੋ ਜਾਂਦੀ ਹੈ ਉਸ ਦੇ ਵਿੱਚ ਕੀ ਅੰਤਰ ਤੁਸੀਂ ਮਹਿਸੂਸ ਕੀਤਾ ਜਦੋਂ ਲੋਕੀ ਇੱਦਾਂ ਆਉਂਦੇ ਨੇ ਕਿ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ, ਬਹੁਤ ਪਿਆਰ ਕਰਦੇ ਆ, ਬੜੀ ਤਾਰੀਫ ਹੁੰਦੀ ਹੈ, ਸੋ ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ? ਦੇਖੋ ਪਿਆਰ ਤਾਂ ਜਦੋਂ ਲੋਕਾਂ ਦਾ ਵੱਧ ਤੋਂ ਮਿਲਦਾ ਉਹ ਚੰਗਾ ਹੀ ਲੱਗਦਾ। ਹੁਣ ਅਸੀਂ ਰੀਸੈਂਟਲੀ ਜਿਹੜਾ ਟੂਰ ਕਰਕੇ ਆਏ ਆ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ ਜਾਂ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ, ਯਾਨੀ ਹਿੰਦੁਸਤਾਨੀ ਆਵਾਮ ਤਾਂ ਸਾਨੂੰ ਪਿਆਰ ਕਰਦਾ ਹੀ ਆ। ਅਸੀਂ ਸੁਣਦੇ ਸੀਗੇ ਕਿ ਪਾਕਿਸਤਾਨੀ ਆਵਾਮ ਵੀ ਭੱਲਾ ਸਾਹਿਬ ਨੂੰ ਬਹੁਤ ਸਤਿਕਾਰ ਦੇ ਨਾਲ ਦੇਖਦਾ। ਸਾਡੇ ਛਨਕਾਟੇ ਵੀ ਬਹੁਤ ਪਪੂਲਰ ਹੈਗੇ ਉੱਥੇ, ਤਾਂ ਮੇਰਾ ਪਰਿਵਾਰ ਭੱਲਾ ਜੀ ਦਾ ਪਰਿਵਾਰ ਨਾਲ ਸੀਗਾ। ਤੇ ਵਾਕਈ ਸ਼ੇਖਰ ਜੀ ਉੱਥੇ ਜਿਹੜਾ ਗੁਰਦੁਆਰਾ ਸਾਹਿਬ 'ਚ ਉੱਥੋਂ ਦੀ ਪ੍ਰੈਸ ਮੀਡੀਆ ਜਿਸ ਤਰ੍ਹਾਂ ਸਾਨੂੰ ਉਹਨੇ ਪਿਆਰ ਦਿੱਤਾ, ਉਸ ਤੋਂ ਬਾਅਦ ਨੈਸ਼ਨਲ ਮੀਡੀਆ ਤੇ ਲੋਕਲ ਮੀਡੀਆ ਨੇ ਜਿੰਨਾ ਕੁ ਚੈਨਲਾਂ ਤੇ ਉਹ ਖਬਰ ਨਸ਼ਰ ਹੋਈ, ਉੱਤੋਂ ਸਾਨੂੰ ਲੱਗਾ ਕਿ ਪਾਕਿਸਤਾਨ ਦੇ ਅਵਾਮ ਵੀ ਸਾਨੂੰ ਬਹੁਤ ਪਿਆਰ ਕਰਦੇ ਆ। ਮਨ ਗਦਗਦ ਹੁੰਦਾ, ਉਤਸ਼ਾਹ ਵੱਧਦਾ। ਸਾਡੇ ਬੜੇ ਸਤਿਕਾਰਯੋਗ ਗੁਰਭਜਨ ਗਿੱਲ ਜੀ ਆ, ਉਹਨਾਂ ਦਾ ਸੁਨੇਹਾ ਆਇਆ ਕਿ ਤੁਹਾਨੂੰ ਹਜੇ ਵੀ ਪਿੱਛੋਂ ਗਿਫਟਾਂ ਆ ਰਹੀਆਂ ਵਾ। ਸੱਜਣ ਉਹਨਾਂ ਕੋਲ ਆਇਆ ਸੀ, ਤੇਰੇ ਗਿਫਟਾਂ ਮੇਰੇ ਕੋਲ ਆਈਆਂ ਪਈਆਂ, ਸ਼ਰਮਾ ਜੀ ਭੱਲਾ ਜੀ ਆ ਕੇ ਮੇਰੇ ਕੋਲ ਲੈ ਜਾਓ, ਲੁਧਿਆਣੇ ਪਹੁੰਚ ਗਈਆਂ। ਯਾਨੀ ਗਿਫਟਾਂ ਦੀ ਗੱਲ ਤਾਂ ਇਹ ਵੀ ਇਹ ਜਿਹੜੀ ਮੁਹੱਬਤ ਵਾ ਇਹ ਤੁਹਾਡੇ ਉਸ ਕਲਾ ਨੂੰ ਪਿਆਰ ਕਰਦੇ ਆ। ਤੇ ਸਾਨੂੰ ਲੱਗਦਾ ਕਿ ਪ੍ਰਮਾਤਮਾ ਸਾਨੂੰ ਜੇ ਇਹ ਹੋਰ ਵੀ ਬਲ ਬਖਸ਼ੇ ਕਿ ਅਸੀਂ ਉਹਨਾਂ ਦਾ ਜਿਹੜਾ ਮੋੜਾ ਉਹ ਚੰਗੀ ਕਲਾ ਦੇ ਕੇ ਮੋੜ ਸਕੀਏ। ਤੁਹਾਡੀ ਲੁੱਕ ਦੀ ਗੱਲ ਕਰਾਂਗਾ, ਅਸੀਂ ਇੰਨੇ ਟਾਈਮ ਤੋਂ ਦੇਖ ਰਹੇ ਹਾਂ, ਸੋ ਬਹੁਤ ਅੱਛੇ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖਿਆ। ਸੋ ਕੀ ਰਾਜ਼ ਹੈਗਾ ਇਸ ਦਾ? ਨਹੀਂ ਐਡੀ ਤਾਂ ਗੱਲ ਕੋਈ ਨਹੀਂ, ਉਮਰ ਦੇ ਨਾਲ ਹਰ ਚੀਜ਼ ਜਿਹੜੀ ਆ ਉਹ ਢਲਦੀ ਆ। ਬਟ ਇਹ ਸ਼ੇਖਰ ਜੀ ਕਹਿ ਸਕਦੇ ਕਾਮੇਡੀ ਫੀਲਡ ਆ, ਪਲੱਸ ਮੈਂ ਇਹ ਬਿਲੀਵ ਕਰਦਾ ਕਿ ਪਿਓਰਿਟੀ ਜਿਹੜੀ ਨਾ ਉਹ ਚਾਹੇ ਤੁਹਾਡੇ ਖਾਣੇ 'ਚ ਪਿਓਰਿਟੀ ਆ, ਚਾਹੇ ਤੁਹਾਡੇ ਪਾਣੇ 'ਚ ਆ, ਚਾਹੇ ਤੁਹਾਡੇ ਬੋਲਬਾਣੀ 'ਚ ਆ, ਕੰਡਕਟ 'ਚ ਆ, ਵਿਹਾਰ 'ਚ ਆ। ਜਿਹੜੀ ਮੈਂ ਨੌਕਰੀ 32 ਸਾਲ ਵੀ ਕੀਤੀ ਨਾ, ਕੋਸ਼ਿਸ਼ ਕੀਤੀ ਆ ਕਿ ਮੈਂ ਜ਼ਿੰਦਗੀ 'ਚ ਕਦੀ ਵੀ ਇੰਪਿਓਰਿਟੀ ਜਾਂ ਕੋਈ ਵੀ ਗਲਤ ਕੰਮ ਜਾਂ ਕੋਈ ਪੈਸੇ ਦਾ ਆਦਾਨ ਪ੍ਰਦਾਨ, ਨਜਾਇਜ਼ ਪੈਸਾ, ਉਹ ਤੋਂ ਬਚ ਕੇ ਰਵਾਂ। ਤੇ ਜ਼ਿੰਦਗੀ 'ਚ ਆਪਣੇ ਦੋਨੋਂ ਬੱਚਿਆਂ ਨੂੰ ਕੋਈ ਚੰਗੀ ਤਾਲੀਮ ਦੇਣੀ, ਤੇ ਵਾਈਫ ਤੇ ਮੈਂ ਛੋਟੀ ਜ਼ਿੰਦਗੀ ਤੇ ਥੋੜਾ ਜੀ ਮਤਲਬ ਲਾਈਫ ਦੇ ਵਿੱਚ ਨੀਡ ਬਹੁਤ ਥੋੜੀਆਂ ਤੇ ਸਾਦੀ ਜ਼ਿੰਦਗੀ ਆ ਉਹ ਜੀਓ। ਤੁਸੀਂ ਕਿਹਾ ਹੀ ਆ, ਐਬਸੋਲੂਟ ਦੇਸੀ ਹੈਗੇ। ਕੀ ਬਾਤ ਹੈ, ਬਹੁਤ ਵਧੀਆ ਸਰ। ਔਰ ਬੜਾ ਕੁਝ ਜਿਹੜਾ ਸਿੱਖਣ ਵਾਲਾ ਹੈਗਾ ਉਹ ਮਿਲਦਾ ਹੈ ਔਰ ਸਮਝ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸਿੰਪਲਿਸਿਟੀ ਦੇ ਨਾਲ ਇੱਕ ਲਾਰਜਰ ਦੈਨ ਲਾਈਫ ਨੂੰ ਜੀਆ ਹੈਗਾ ਔਰ ਇੱਕ ਇਦਾਂ ਦਾ ਕਾਮੇਡੀ ਫਾਰਮ ਜੋ ਹੈ ਦਰਸ਼ਕਾਂ ਦੇ ਸਾਹਮਣੇ ਦੱਸਿਆ, ਰੱਖਿਆ, ਇੰਟਰੋਡਿਊਸ ਕੀਤਾ ਕਿ ਜੋ ਅੱਜ ਸ਼ਾਇਦ ਬੜੇ ਲੈਵਲ ਦੇ ਉੱਤੇ ਪਹੁੰਚ ਗਿਆ। ਜਦੋਂ ਅਸੀਂ ਦੇਖਦੇ ਕਿ ਪੰਜਾਬ ਦੇ ਵਿੱਚੋਂ ਇੰਨੇ ਸਾਰੇ ਕਾਮੇਡੀਅਨਸ ਨਿਕਲਦੇ ਨੇ, ਕਪਿਲ ਸ਼ਰਮਾ ਜੀ ਨੇ ਬੜਾ ਨਾਮ ਮਸ਼ਹੂਰ ਹੋਇਆ ਔਰ ਬਹੁਤ ਅੱਛਾ ਇਸ ਟਾਈਮ ਦੇ ਉੱਤੇ ਉਹਨਾਂ ਦਾ ਸ਼ੋਅ ਜਿਹੜਾ ਚੱਲ ਰਿਹਾ ਔਰ ਕਈ ਸਾਲਾਂ ਤੋਂ ਚੱਲ ਰਿਹਾ, ਅੱਗੇ ਵੀ ਚੱਲਦਾ ਰਹੇ। ਸੋ ਇੱਦਾਂ ਜਦੋਂ ਤੁਸੀਂ ਦੇਖਦੇ ਹੋ ਕਿ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਸਾਡੇ ਪੰਜਾਬ ਤੋਂ ਨਿਕਲ ਰਹੇ ਨੇ, ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਜਾਂ ਕੀ ਐਡਵਾਈਸ ਕਰਨਾ ਚਾਹੁੰਦੇ ਹੋ? ਕਿਉਂਕਿ ਕਈ ਵਾਰ ਅਸੀਂ ਇੱਦਾਂ ਦੀ ਕਾਮੇਡੀ ਦੇਖਦੇ ਹਾਂ ਕਿ ਜਿੱਥੇ ਕੁਐਸਚਨ ਇਹ ਹੋ ਜਾਂਦੇ ਨੇ ਕਿ ਡਬਲ ਮੀਨਿੰਗ ਆ ਗਈ ਜਾਂ ਇਹ ਚੀਜ਼ਾਂ ਹੋ ਗਈਆਂ। ਸੋ ਕੀ ਸੁਜੈਸ਼ਨਸ ਨੇ ਜਿਹੜੇ ਕੁਝ ਨਵੇਂ ਨਿਊ ਕਮਰਸ ਆਉਣਗੇ ਉਹਨਾਂ ਲਈ, ਔਰ ਜਿਹੜੇ ਆਲਰੇਡੀ ਇੱਕ ਨਾਮ ਚਮਕਾ ਚੁੱਕੇ ਨੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ? ਦੇਖੋ ਅਸੀਂ ਇਸ ਤਾਂ ਮੈਂ ਆਪਣੇ ਆਪ ਨੂੰ ਨਹੀਂ ਸਮਝਦਾ ਮੈਂ ਸਮਰੱਥਾ 'ਚ ਹੈਗਾ ਕਿ ਮੈਂ ਕਿਸੇ ਨੂੰ ਐਡਵਾਈਸ ਕਰ ਸਕਾਂ ਜਾਂ ਕੋਈ ਬਹੁਤ ਸਿੱਖਿਆ ਦੇ ਸਕਾਂ। ਬਟ ਹਾਂ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਲਾਈਫ ਨੂੰ ਲਾਈਫ ਵਾਂਗੂ ਜੀਓ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਦਿਲ ਨਾ ਕਿਸੇ ਦਿਖਾਵੋ। ਕਾਮੇਡੀ ਸਾਡੇ ਇੱਕ ਡਾਇਰੈਕਟਰ ਸੀ ਹਰਜੀਤ ਭਾਜੀ, ਦੂਰਦਰਸ਼ਨ ਜਲੰਧਰ ਤੋਂ, ਉਹ ਕਿਆ ਕਰਦੇ ਸੀਗੇ ਵੀ ਚੁੰਡੀ ਵੱਢੋਗੇ ਤਾਂ ਥੋੜੀ ਕਮੇਡੀ ਹੁੰਦੀ ਆ, ਯਾਨੀ ਕਿ ਕਮੇਡੀ ਤਾਂ ਚੁਟਕਲਾ ਉਹਦਾ ਜਿਹੜਾ ਚੰਗਾ ਸੁਣਾ ਜਾਵੇ, ਪਰ ਤੁਸੀਂ ਉਹ ਕਿਸੇ ਦਿਲ ਦਿਖਾਏ ਬਗੈਰ ਜਾਂ ਇਹ ਕਹਿ ਲਓ ਕਿ ਤੁਸੀਂ ਆਪਦੀ ਕਮੇਡੀ ਵਿੱਚ ਸਾਰਥਕ ਸੁਨੇਹਾ ਦੇ ਜੋ ਤਾਂ ਉਹ ਜ਼ਿਆਦਾ ਮੈਟਰ ਕਰਦਾ। ਇਹ ਚੀਜ਼ਾਂ ਮੈਨੂੰ ਨਾ ਬਚਪਨ 'ਚ ਕਹਿ ਲਓ, ਮੈਂ ਜਦੋਂ ਚੌਥੀ 'ਚ ਪੜ੍ਹਦਾ ਸੀਗਾ ਜੀ, ਉਦੋਂ ਮੇਰੇ ਵੱਡੇ ਬ੍ਰਦਰਸ ਜਿਹੜੇ ਆ ਮਤਲਬ ਕੇਸੀ ਸ਼ਰਮਾ ਜੀ ਪ੍ਰਿੰਸੀਪਲ ਸਾਹਿਬ, ਡਾਕਟਰ ਵੀਕੇ ਸ਼ਰਮਾ, ਮੇਰੇ ਸੁਭਾਸ਼ ਸ਼ਰਮਾ ਬ੍ਰਦਰ, ਉਹ ਨਾਟਕ ਕਲਾ ਕੇਂਦਰ ਦੇ ਮੋਢੀ ਸੀਗੇ ਤੇ ਮੈਨੂੰ ਬਾਲ ਰੋਲ 'ਚ ਉਹਨਾਂ ਨੇ ਸਟੇਜ ਤੇ ਚੜਾਤਾ, ਝੱਕ ਖੁੱਲ੍ਹ ਗਿਆ। ਅੱਛਾ ਜੀ। ਤੇ ਉਹ ਇਨਕਲਾਬੀ ਨਾਟਕ ਖੇਡਣੇ, ਗੁਰਸ਼ਰਨ ਭਾਜੀ ਦੇ ਗੱਡੇ ਸਟੇਜ ਦੇ ਜੋੜ ਕੇ ਤੇ ਨਾਟਕਾਂ 'ਚ ਜਾਣਾ, ਤਾਂ ਇੱਕ ਜਿਹੜੀ ਵਿਰਾਸਤ ਤੋਂ ਚੀਜ਼ ਮਿਲਦੀ ਨਾ ਉਹ ਇਨਕਲਾਬੀ ਮਿਲਦੀ ਹੈ। ਤੇ ਉਹਦਾ ਇੱਕ ਕਾਰਨ ਸੀਗਾ ਕਿ ਜਦੋਂ ਭਗਵੰਤ ਮਾਨ ਜੀ ਨੇ ਯਾਨੀ 20 ਫਰਵਰੀ ਦੀ ਚੋਣ ਸੀ ਜੀ, ਤੇ 2 ਦਿਨ ਪਹਿਲਾਂ 18 ਨੂੰ ਮੈਂ ਇੱਥੇ ਮੋਹਾਲੀ ਇੱਕ ਫੇਸ 'ਚ ਉਹਨਾਂ ਨੂੰ ਮਿਲਣ ਗਿਆ ਤੇ ਵਲਵਲੇ ਮੰਚ ਬਹੁਤ ਸੀ, ਮੈਨੂੰ ਪਤਾ ਸੀ ਮਾਨ ਸਾਹਿਬ ਬਹੁਤ ਬਿਜ਼ੀ ਹੈ, ਇੰਨਾ ਪ੍ਰੈਸ਼ਰ ਹੈ, ਇੰਨੀ ਇਲੈਕਸ਼ਨ ਕੈਂਪੇਨ ਲੀਡ ਕਰ ਰਹੇ ਪੰਜਾਬ ਦੀ ਉਹ, ਤੇ ਮੈਂ ਨਾ ਆਪਣੇ ਵਲਵਲੇ ਓਨੈਸਟਲੀ ਸਪੀਕਿੰਗ ਲਿਖ ਕੇ ਲੈ ਗਿਆ, ਦੇਸੀ ਬੰਦਾ ਸੀ ਜੀ ਤੇ ਮੈਂ ਨਾ ਸੋਚਿਆ ਵੀ ਮਾਨ ਸਾਹਿਬ ਕੋਲ ਇੰਨਾ ਟਾਈਮ ਨਹੀਂ ਹੋਣਾ ਤੇ ਮੈਂ ਉਹਨਾਂ ਨਾਲ ਗੱਲਾਂ ਕਰ ਸਕਾਂ। ਮੈਂ ਕਿਹਾ ਮਾਨ ਸਾਹਿਬ ਅੱਧਾ ਪੇਜ ਮੈਂ ਲਿਖ ਕੇ ਲੈ ਆਇਆ ਤੇ ਮੈਂ ਲਿਖ ਕੇ ਕੀ ਗਿਆ ਸੀਗਾ
ਮੈਂ ਲਿਖ ਕੇ ਲਗਾਇਆ ਸੀਗਾ ਕਿ ਮਾਨ ਸਾਹਿਬ ਜਦੋਂ ਤੁਸੀਂ ਤੇ ਛੋਟੇ ਵੀਰ ਕਰਮਜੀਤ ਅਨਮੋਲ ਨੇ ਧੂਰੀ ਦੀ ਸੜਕਾਂ ਉੱਪਰ ਇਹ ਗੀਤ ਗਾਇਆ, ਮਗਦਾ ਨਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ, ਤਾਂ ਮੈਂ ਕਿਹਾ ਮੈਨੂੰ ਮਾਨ ਸਾਹਿਬ ਮੇਰਾ ਬਚਪਨ ਤੇ ਸਕੂਲ ਵੇਲਾ ਚੇਤੇ ਆ, ਜਦੋਂ ਸੰਤਰਾ ਮਦਾਸੀ ਜਿਹੜੇ ਰਾਈਟਰ ਨੇ ਸਤਰਾਂ ਦੇ, ਉਹ ਸਾਡੇ ਘਰ ਆਇਆ ਕਰਦੇ ਸੀਗੇ ਇਨਕਲਾਬੀ ਨਾਟਕਾਂ ਦੀ ਰੌਣਕ ਵਧਾਉਣ, ਤੇ ਉਦੋਂ ਅਸੀਂ ਉਹਨਾਂ ਕੋਲੋਂ ਕਵਿਤਾ ਸੁਣਿਆ ਕਰਨੀ। ਮੈਨੂੰ ਹਜੇ ਤੱਕ ਉਹਦੇ ਬੋਲ ਯਾਦ ਆ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸਾਂ ਤੋੜਦੇ ਨਹੀਂ ਲਹੂ ਪੀਣੀ ਜੋ ਖਾਣੀਆਂ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ ਹੱਥਾਂ ਵਿੱਚ ਖੋਣ ਵਾਲਿਓ। ਤਾਂ ਮਾਨ ਸਾਹਿਬ ਇਹ ਹੁਣ ਘੜੀ ਆ ਗਈ ਆ ਜਦੋਂ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ, ਹਰ ਪੰਜਾਬੀ ਨੂੰ ਹੋਕਾ ਦੇ ਕੇ ਜਗਾਉਣ ਦੀ ਤੇ ਰੰਗਲਾ ਪੰਜਾਬ ਸਿਰਜਣ ਦੀ। ਤੁਹਾਡਾ ਵੀਰ ਬਾਲਕਨ ਸ਼ਰਮਾ। ਮੈਂ ਲਿਖ ਕੇ ਦੇ ਕੇ ਆਇਆ ਸੀ, ਯਾਨੀ ਇੱਕ ਮਨ 'ਚ ਵਲਵਲਾ ਸੀ ਕਿ ਪੰਜਾਬ ਲਈ ਕੁਝ ਕਰੀਏ। ਜੇ ਅਸੀਂ 32 ਸਾਲ ਦੀ ਸਰਵਿਸ ਵਿੱਚ ਕੋਸ਼ਿਸ਼ ਕੀਤੀ ਆ ਕਿ ਇਮਾਨਦਾਰੀ ਨੌਕਰੀ ਕਰੋ, ਕਿਸਾਨਾਂ ਦੀ ਜੋ ਵੀ ਤੁਹਾਡੇ ਗੋਚਰੇ ਆਏ ਆ, ਆੜਤੀਏ, ਸ਼ੈਲਰਾਂ ਵਾਲੇ, ਉਹਨਾਂ ਦੀ ਪ੍ਰੋਪਰ ਸੇਵਾ ਕਰੋ ਬਿਨਾਂ ਕਿਸੇ ਨਿੱਜੀ ਸਵਾਰਥ ਦੇ, ਤਾਂ ਉਹਦੇ ਮਨ ਨੂੰ ਖੁਸ਼ੀ ਮਿਲਦੀ ਆ। ਉਹੀ ਕਾਰਨ ਆ ਕਿ ਮੈਂ ਅੱਜ ਵੀ ਸੁਪਨਾ ਸੋਚ ਬੈਠਾ ਕਿ ਜੇ ਮੈਂ ਪੰਜਾਬ ਦੇ ਕਿਸਾਨਾਂ ਦੀ ਉਪਜ ਜਿਹੜੀ ਆ ਉਹਦੀ ਵੈਲਿਊਏਸ਼ਨ ਕਰਕੇ ਉਹਨੂੰ ਐਕਸਪੋਰਟ ਕਰਕੇ ਬਾਹਰ ਪਹੁੰਚਾ ਸਕਾਂ, ਤਾਂ ਕਿ ਬਾਹਰਲਾ ਪੈਸਾ ਡਾਲਰਾਂ ਪਾਉਂਡਾਂ ਦਾ ਸਾਡੇ ਕਿਸਾਨਾਂ ਦੇ ਘਰ ਪਹੁੰਚੇ, ਖੁਸ਼ਹਾਲੀ ਆਵੇ, ਤਾਂ ਕਿ ਪੰਜਾਬ 'ਚ ਫੂਡ ਪ੍ਰੋਸੈਸਿੰਗ ਤੇ ਐਗਰੀ ਐਕਸਪੋਰਟ ਵਧੇ, ਤਾਂ ਕਿ ਪੰਜਾਬ 'ਚ ਰੰਗਲਾ ਪੰਜਾਬ ਸਿਰ ਸਕੀਏ। ਹੁਣ ਤੇ ਮੁੱਖ ਮੰਤਰੀ ਵੀ ਸਾਡੇ ਆਪਣੇ ਨੇ। ਬਿਲਕੁਲ ਜੀ। ਸੋ ਖੈਰ ਸਾਡੇ ਪਹਿਲਾਂ ਵਾਲੇ ਵੀ ਸਾਡੇ ਆਪਣੇ ਹੀ ਸੀਗੇ। ਬਿਲਕੁਲ। ਜਦੋਂ ਅਸੀਂ ਗਏ ਸੀ ਭੱਲਾ ਸਾਹਿਬ ਤੇ ਮੈਂ ਕੁਰਸੀ ਕਾਲ ਕਰਨ ਮਾਨ ਸਾਹਿਬ ਨੂੰ, ਉੱਥੇ ਗੱਲਾਂ ਚੱਲੀਆਂ। ਉਹਨਾਂ ਨੇ ਕਿਹਾ ਮੈਂ ਖੇਤੀ ਨੂੰ, PAU ਨੂੰ ਬਹੁਤ ਉੱਪਰ ਚੱਕਣਾ ਚਾਹੁੰਦਾ। ਸ਼ਰਮਾ ਜੀ ਖਾਦਾਂ ਬਾਰੇ, PAU ਬਾਰੇ, ਖੇਤੀ ਬਾਰੇ ਜੋ ਵੀ ਸਾਂਝਾ ਕਰਿਓ ਮੇਰੇ ਨਾਲ। ਸਾਨੂੰ ਖੁਸ਼ੀ ਆ ਕਿ ਜੇ ਅਸੀਂ ਆਪਣੇ ਤਜਰਬੇ ਤੋਂ ਜੋ ਜ਼ਿੰਦਗੀ ਭਰ ਕੰਮ ਕੀਤਾ ਤੁਹਾਨੂੰ ਤਜਰਬਾ ਹੋ ਹੀ ਜਾਂਦਾ, ਔਰ ਤਜਰਬਾ ਵੀ ਨਿਰਸਵਾਰਥ। ਉਹ ਜਦੋਂ ਵੀ ਸਰਕਾਰ ਨੂੰ ਕੋਈ ਲੋੜ ਪੈਂਦੀ ਆ ਅਸੀਂ ਹਮੇਸ਼ਾ ਹਾਜ਼ਰ ਹਾਂ, ਤੇ ਸਾਨੂੰ ਚੰਗਾ ਲੱਗੂਗਾ ਕਿ ਜੇ ਸਾਡੇ ਕਿਸੇ ਸਮੁੰਦਰ ਤੁਪਕੇ ਦੇ ਨਾਲ ਵੀ ਪੰਜਾਬ ਦੇ ਵਿੱਚ ਕੋਈ ਖੁਸ਼ਹਾਲੀ ਆ ਜਾਵੇ। ਕੀ ਬਾਤ ਹੈ, ਬਹੁਤ ਵਧੀਆ ਚੀਜ਼। ਔਰ ਮੈਂ ਇਹ ਚੀਜ਼ ਦੇਖ ਰਿਹਾ ਹਾਂ ਕਿ ਤੁਸੀਂ ਜਿਸ ਰਿਸਪੌਂਸਿਬਿਲਿਟੀ ਨੂੰ ਨਿਭਾ ਰਹੇ ਸੀਗੇ ਤੁਸੀਂ ਉਸ ਦੇ ਉੱਤੇ ਫੋਕਸ ਕੀਤਾ, ਔਰ ਇਸੇ ਕਰਕੇ ਸ਼ਾਇਦ ਅਸੀਂ ਤੁਹਾਨੂੰ ਵਿੱਚ ਜੇ ਕੁਝ ਸਮਾਂ ਨਹੀਂ ਵੀ ਦੇਖ ਪਾਏ, ਔਰ ਅੱਜ ਉਹਨਾਂ ਜ਼ਿੰਮੇਵਾਰੀਆਂ ਤੋਂ ਫ੍ਰੀ ਹੋ। ਸੋ ਦਰਸ਼ਕਾਂ ਨੂੰ ਕੀ ਉਹ ਮੌਕਾ ਮਿਲੇਗਾ? ਹੁਣੇ ਲਾਸਟ ਤੇ ਫਿਲਮ ਦੇ ਵਿੱਚ ਅਸੀਂ ਤੁਹਾਨੂੰ ਦੇਖਿਆ ਸੀਗਾ, ਤੇ ਹੁਣ ਅੱਗੇ ਮੌਕਾ ਮਿਲੇਗਾ ਕਿ ਅਸੀਂ ਤੁਹਾਨੂੰ ਫਿਲਮਾਂ ਦੇ ਵਿੱਚ ਦੇਖੀਏ। ਮੈਂ ਜਦੋਂ ਰਿਟਾਇਰ ਹੋਇਆ ਸਭ ਤੋਂ ਵੱਧ ਖੁਸ਼ੀ ਭੱਲਾ ਸਾਹਿਬ ਨੂੰ ਹੋਈ। ਉਹ ਕਹਿੰਦੇ ਮੈਨੂੰ ਫੋਰਨ ਮੀਡੀਆ ਨੇ ਪਿਛਲੇ 5-7-10 ਸਾਲਾਂ ਤੰਗ ਕਰਤਾ ਸੀਗਾ, ਲੜ ਪਏ ਜੀ। ਭੱਲਾ ਸ਼ਰਮਾ ਜੀ ਨਾਲ ਨਹੀਂ ਹੁੰਦੇ, ਇਕੱਲੇ ਉਹਨੇ। ਤਾਂ ਕਹਿੰਦੇ ਮੈਂ ਉਹਨੂੰ ਕਹਿੰਦਾ ਸੀ ਉਹਦੀ ਜੌਬ ਜਿਹੜੀ ਬਹੁਤ ਡਿਮਾਂਡਿੰਗ ਆ। ਵਾਕਈ ਓਨੈਸਟਲੀ ਸ਼ੇਖਰ ਜੀ ਮੇਰੀ ਜੌਬ ਜਿਹੜੀ IAS ਅਫਸਰ ਤੁਹਾਡੀ ਵਿੱਚ ਬੌਸ ਹੁੰਦੇ ਆ, ਮੈਂ ਐਡੀਸ਼ਨਲ MDC ਨੰਬਰ 2 ਦੀ ਪੋਜੀਸ਼ਨ 'ਤੇ, ਕਿਉਂਕਿ 32 ਸਾਲ ਮਾਰਕੀਟ 'ਚ ਗੁਰੂ ਹੋ ਕੇ ਇਸ ਪੋਜੀਸ਼ਨ 'ਤੇ ਪਹੁੰਚੇ ਸੀਗੇ, ਤਾਂ ਆਫਿਸਰ ਕੋਈ ਵੀ ਆਵੇ ਉਹਨੇ ਨੰਬਰ 2 ਨੂੰ ਪੁੱਛਣਾ ਆਉਂਦਾ ਵੀ ਕਿਵੇਂ ਚਲਾਉਣਾ, ਕਿਵੇਂ ਫੈਸਲੇ ਕਰਨੇ ਆ। ਤਾਂ ਉਸ ਜ਼ਿੰਮੇਵਾਰੀਆਂ 'ਚ ਮੈਂ ਲੰਬਾ ਸਮਾਂ ਫਿਲਮਾਂ ਲਈ ਜਾਂ ਫੋਰਨ ਟੂਰ ਲਈ ਕੱਢ ਨਹੀਂ ਪਾਉਂਦਾ ਸੀਗਾ। ਹੁਣ ਸੁਪਰਐਨੂਟ ਹੋ ਗਏ, ਚਾਹੇ ਮੈਂ ਅੱਜ ਦੀ ਡੇਟ 'ਚ ਵੀ ਬਤੌਰ ਮੀਡੀਆ ਐਡਵਾਈਜ਼ਰ ਜਲ ਸਪਲਾਈ ਵਿਭਾਗ ਦੇ ਵਿੱਚ ਕੰਮ ਕਰ ਰਿਹਾ। ਉੱਥੇ ਮੈਂ ਜਲ ਹੈ ਤਾਂ ਕੱਲ੍ਹ ਹੈ ਹਰ ਐਤਵਾਰ ਪ੍ਰੋਗਰਾਮ ਪੇਸ਼ ਕਰਦਾ। ਪੰਜਾਬ ਐਗਰੋ ਦਾ ਪ੍ਰੋਗਰਾਮ ਹੈ ਵੀਕਲੀ ਸ਼ਨੀਵਾਰ ਨੂੰ 5 ਰਿਵਰ, ਉਹ ਪੇਸ਼ ਕਰਦਾ। ਮੇਰੇ ਸ਼ੌਕ ਹੈਗੇ ਆ। ਬਟ ਐਟ ਦਾ ਸੇਮ ਟਾਈਮ ਜਿਵੇਂ ਤੁਸੀਂ ਕਿਹਾ ਵਾ, ਫਿਲਮਾਂ ਦੇ ਵਿੱਚ ਮੈਨੂੰ ਹੁਣ ਆਫਰਸ ਆ ਵੀ ਰਹੀਆਂ। 3-4 ਫਿਲਮਾਂ ਪਿੱਛੇ ਕੀਤੀਆਂ ਵੀ ਆ। ਮੇਰੇ ਖਿਆਲ 3 ਜੂਨ ਨੂੰ ਰਿਲੀਜ਼ ਹੋ ਰਹੀ ਆ ਪੁਖਰਾਜ ਭੱਲਾ ਦੀ ਮਾਹੀ ਮੇਰਾ ਨਿੱਕਾ ਜਿਹਾ। ਓਕੇ, ਨਿੱਕਾ ਦਾ ਰੋਲ ਮੇਰਾ ਵਿੱਚ ਹੈਗਾ ਉਹਦੇ 'ਚ। ਹਾਂ, ਭੱਲਾ ਜੀ ਦਾ ਮੇਨ ਰੋਲ ਆ, ਪੁਖਰਾਜ ਭੱਲਾ ਦਾ ਹੀਰੋ ਆ। ਸੋ ਇਸੇ ਤਰ੍ਹਾਂ ਉਹਦੀ ਇੱਕ ਹੋਰ ਫਿਲਮ ਪੁਖਰਾਜ ਦੀ ਹੈਗੀ ਆ, ਤੇਰੀਆਂ ਮੇਰੀਆਂ ਹੇਰਾ ਫੇਰੀਆਂ। ਓਕੇ, ਉਹ ਲੜਕੀ ਹੀਰੋਇਨ ਉਹਦੇ ਮਿਸ ਇੰਡੀਆ ਰਿਤੀ ਆਰੀਆ ਹੀਰੋਇਨ ਭੱਲਾ ਜੀ ਦਾ ਰੋਲ ਆ, ਉਹ 'ਚ ਮੈਂ ਵੀ ਰੋਲ ਕਰਕੇ ਆਇਆ, ਉਹ ਵੀ ਰਿਲੀਜ਼ ਹੋਣੀ ਆ। ਸੋ 3-4 ਫਿਲਮਾਂ ਹੋਰ ਵੀ ਕਰ ਰਿਹਾ ਵਾਂ। ਸੋ ਜਿੰਨਾ ਕੁ ਟਾਈਮ ਹੁਣ ਹੈਗਾ ਵਾ ਉਹ ਕਰਾਂਗੇ, ਬਾਹਰਲੇ ਸ਼ੋਅ ਵੀ ਕਰਾਂਗੇ। ਸੋ ਕਹਿਣ ਦਾ ਭਾਵ ਆ ਵੀ ਹੁਣ ਅਵੇਲੇਬਲ ਹੋ ਗਿਆ ਅਤੇ ਵੱਧ ਸਮਾਂ ਹੈਗਾ, ਅਤੇ ਕੋਸ਼ਿਸ਼ ਕਰਾਂਗੇ ਆਪਣੀਆਂ ਜਿਹੜੀਆਂ ਮਨ 'ਚ ਖੁਆਇਸ਼ਾਂ ਰਹਿ ਗਈਆਂ ਸੀ ਜੋਬ ਕਰਕੇ ਉਹ ਪੂਰੀਆਂ ਕਰ ਲਈਏ। ਅੱਛਾ, ਮੈਂ ਤੁਹਾਡੀਆਂ ਗੱਲਾਂ ਤੋਂ ਇਹ ਅੰਦਾਜ਼ਾ ਲਗਾਇਆ ਕਿ ਸ਼ਰਮਾ ਸਾਹਿਬ ਤੁਸੀਂ ਵੱਡੀਆਂ ਚੀਜ਼ਾਂ ਦੇ ਵਿੱਚ ਜਾਂ ਵੱਡੀਆਂ ਚੀਜ਼ਾਂ ਦੇ ਪਿੱਛੇ ਭੱਜਣ ਵਾਲਿਆਂ 'ਚੋਂ ਨਹੀਂ, ਤੁਸੀਂ ਨਿੱਕੀ ਨਿੱਕੀ ਚੀਜ਼ਾਂ ਦੇ ਵਿੱਚੋਂ ਖੁਸ਼ੀ ਲੱਭਣ ਵਾਲਿਆਂ 'ਚੋਂ। ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਜਿਹੜੇ ਰੋਲ ਵੀ ਨੇ ਉਹ ਵੀ ਚਾਹੇ ਨਿੱਕੇ ਨੇ ਜਾਂ ਕੋਈ ਵੀ ਨੇ, ਪਰ ਤੁਸੀਂ ਉਹਨਾਂ ਨੂੰ ਨਿਭਾ ਰਹੇ ਹੋ। ਸੋ ਇਸ ਨੂੰ ਲੈ ਕੇ ਤੁਹਾਡੀ ਐਗਜ਼ੈਕਟ ਸੋਚ ਕੀ ਹੈ? ਇਹ ਤੇ ਮੈਂ ਇੱਕ ਮਤਲਬ ਅੰਦਾਜ਼ਾ ਲਗਾਇਆ। ਦੇਖੋ ਸ਼ੇਖਰ ਜੀ, ਸੋਚ ਮੇਰੀ ਹੈਗੀ ਕਿ ਜੇ ਬੰਦਾ ਇਹ ਆਪਣੇ ਸੈਲਫ ਲਾਲਚ ਆ ਨਾ, ਲਾਲਚ ਹੋ ਸਕਦਾ ਵਾ ਤੁਹਾਨੂੰ ਪੈਸੇ ਦਾ ਹੋਵੇ, ਲਾਲਚ ਹੋਵੇ ਚੌਧਰ ਦਾ। ਉਹੀ ਪਹਿਲੇ ਵਾਲੀ ਗੱਲ ਆ ਗਈ ਨਾ ਕਿ ਇਹ ਜਿਹੜੇ ਅਸੀਂ ਪਿੰਡਾਂ ਦੇਸੀ ਬੰਦੇ ਆ, ਸਾਨੂੰ ਲੱਗਦਾ ਕਿ ਇਹ ਤੋਂ ਉੱਪਰ ਉੱਠ ਕੇ ਲਾਈਫ ਜੀਣੀ ਚਾਹੀਦੀ ਆ। ਜ਼ਿੰਦਗੀ ਨੂੰ ਜੀਣ ਵਾਸਤੇ ਆਪਣੀਆਂ ਖੁਆਇਸ਼ਾਂ 'ਤੇ ਕੰਟਰੋਲ ਰੱਖਣਾ, ਆਪਣੇ ਰੋਲ ਨੂੰ ਜਿੰਨਾ ਵੀ ਤੁਸੀਂ ਕਰ ਸਕਦੇ ਉਸ ਤੋਂ ਵੀ ਮਤਲਬ ਕਹਿਣ ਦਾ ਭਾਵ ਵੀ ਆਪਣੇ ਮਨ ਨੂੰ ਸਮਝਾ ਕੇ ਰੱਖਣਾ ਕਿ ਮੈਂ ਉਹ ਚੀਜ਼ ਨਹੀਂ ਕਰਨੀ ਜਿਹਦੇ ਨਾਲ ਮੈਂ ਕਿਸੇ ਦੇ ਅਧਿਕਾਰ ਨੂੰ ਛੀਨ ਲਵਾਂਗਾ। ਰਾਈਟ, ਉਹ ਕੰਮ ਨਾ ਕਰੋ, ਆਪਣੇ ਅਧਿਕਾਰ 'ਚ ਰਹੋ, ਜਿੰਨਾ ਕਰ ਸਕਦੇ ਪੂਰਾ ਪਰਪੱਕ ਕਰੋ। ਛੋਟੇ ਰੋਲ ਵਿੱਚ ਵੀ ਤੁਸੀਂ ਵਧੀਆ ਐਫਰਟ ਕਰਕੇ ਉਹਨੂੰ ਚਮਕਾ ਸਕਦੇ ਹੁੰਦੇ ਆ, ਅਤੇ ਤੁਸੀਂ ਯਾਦਗਾਰੀ ਬਣਾ ਸਕਦੇ ਹੁੰਦੇ ਆ।
ਕਿਆ ਬਾਤ ਹੈ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਮੈਂ ਹੁਣ ਜਦੋਂ ਸ਼ੋਅ ਦੇ ਅੰਤ ਦੇ ਵਿੱਚ ਪਹੁੰਚ ਗਏ ਤਾਂ ਤੁਹਾਡੇ ਤੋਂ ਕੁਝ ਸੁਣਨਾ ਚਾਹਾਂਗਾ, ਕੁਝ ਐਸਾ, ਕਿਉਂਕਿ ਭੱਲਾ ਸਾਹਿਬ ਨਹੀਂ ਹੈਗੇ ਤਾਂ ਮੈਨੂੰ ਲੱਗਦਾ ਕਿ ਮੁਸ਼ਕਲ ਨਾ ਦੇਖੋ ਤੁਸੀਂ ਮੈਨੂੰ ਜੋ ਤੁਸੀਂ ਸੁਣਾ ਸਕਦੇ ਆਉਂਦੇ ਕਿਹਾ ਸੀ ਵੀ ਕਿੱਸੇ ਸੁਣਨੇ ਆ, ਹਾਂਜੀ। ਤੇ ਮੈਂ ਸ਼ਾਇਦ ਇਹ ਕਿੱਸਾ ਆਪਣੀ ਜ਼ਿੰਦਗੀ ਦੀ ਅਸਲੀਅਤ ਨਾਲ ਜੁੜਿਆ ਹੋਇਆ ਕਿ ਜਦੋਂ ਸ਼ੇਖਰ ਜੀ 1987 ਚ ਜੀ ਮੇਰੀ ਸਿਲੈਕਸ਼ਨ ਹੋ ਗਈ ਮਾਰਕਫੈਡ ਵਿੱਚ ਬਤੌਰ ਡਿਸਟ੍ਰਿਕਟ ਮੈਨੇਜਰ, ਤੇ ਭੱਲਾ ਜੀ ਕਹਿੰਦੇ ਵੀ ਆਪਾਂ ਇੱਕ ਖੁਸ਼ਖਬਰੀ ਬ੍ਰੇਕ ਕਰਕੇ ਆਈਏ। ਸਾਡੇ ਪਥ ਪ੍ਰਦਰਸ਼ਕ ਸੀ, ਸਾਡੇ ਰਿਸਪੈਕਟਡ ਸੀ, ਜੱਸੋਵਾਲ ਸਾਹਿਬ XMLA ਚੇਅਰਮੈਨ ਰਹੇ ਆ ਔਰ ਕਲਾਕਾਰਾਂ ਨੂੰ ਬਹੁਤ ਪਿਆਰ ਕਰਦੇ ਸੀਗੇ। ਹੁਣ ਤਾਂ ਦੁਨੀਆ 'ਚ ਹੈ ਨਹੀਂ, ਪਰ ਸਾਡਾ ਉਹਨਾਂ ਨੂੰ ਪਬਲਿਕ ਸਾਨੂੰ ਕਰਨ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਆ। ਗੁਰਭਜਨ ਗਿੱਲ ਜੀ ਦਾ, ਜੱਸੋਵਾਲ ਸਾਹਿਬ ਦਾ, ਪ੍ਰੋਫੈਸਰ ਕੇਸ਼ਵ ਸ਼ਰਮਾ ਦਾ ਅਸੀਂ ਲਾਈਫ ਨਹੀਂ ਭੁੱਲਦੇ। ਤੇ ਉਹਨਾਂ ਨੂੰ ਅਸੀਂ ਖੁਸ਼ੀ ਸਾਂਝੀ ਕਰਨ ਵਾਸਤੇ ਮੇਰੇ ਯਾਦ ਆ ਸਰਾਭਾ ਨਗਰ ਤੋਂ ਲੁਧਿਆਣੇ ਡੱਬਾ ਮਿਠਾਈ ਦਾ ਲਿਆ, ਸਕੂਟਰ ਦੀ ਕਿੱਕ ਮਾਰੀ, ਭੱਲਾ ਸਾਹਿਬ ਪਿੱਛੇ ਬੈਠੇ ਤੇ ਜੱਸੋਵਾਲ ਸਾਹਿਬ ਦੇ ਘਰ ਗੁਰਦੇਵ ਨਗਰ ਅਸੀਂ ਚਲੇ ਗਏ। ਹੁਣ ਲੀਡਰ ਸਾਹਿਬਾਨ ਕੋਲ 10-15 ਬੰਦੇ ਬੈਠੇ ਹੁੰਦੇ ਆ। ਹਾਂਜੀ। ਤੇ ਜਦੋਂ ਮੈਂ ਜਾਂਦੇ ਹੀ ਥੋੜਾ ਫੁੱਟ ਵਿਸ਼ ਕਰ ਲਈ, ਝੁੱਕ ਕੇ ਕਹਿਣਾ ਸ਼ੁਰੂ ਕੀਤਾ ਕਿ ਅੰਕਲ ਜੀ ਮੈਂ ਇੱਕ ਖੁਸ਼ਖਬਰੀ, ਚੁੱਪ ਕਰ ਇਹ ਸਰਦਾਰ ਜੀ ਬੈਠੇ, ਜਾਂਦਾ ਇਹਨਾਂ ਨੂੰ? ਮੈਂ ਕਿਹਾ ਜੀ ਮੈਂ ਨਹੀਂ ਅੰਕਲ ਜਾਂਦਾ, ਇਹ ਫਲਾਣੇ ਸਰਦਾਰ ਜੀ, ਨਾਮ ਲਿਆ ਉਹਨਾਂ ਨੇ, ਇਹਨਾਂ ਨੂੰ MP ਟਿਕਟ ਮਿਲ ਗਈ ਆ ਫਲੋਰ ਤੋਂ, ਇਹਨਾਂ ਨੇ MP ਬਣ ਜਾਣਾ, ਇਹਨਾਂ ਦੇ ਪੈਰ ਫੜ ਲਾ, ਗੋਡੇ ਫੜ ਲਾ। ਅੱਛਾ ਐਲਡਰਲੀ ਬੰਦੇ ਸੀਗੇ। ਮੈਂ ਕਿਹਾ ਮੈਨੂੰ ਕੀ ਪ੍ਰੋਬਲਮ, ਮੈਂ ਯੰਗ ਜਿਹਾ ਸੀਗਾ, ਇਹ ਮੇਰਾ ਵਿਆਹ ਵੀ ਨਹੀਂ ਹੋਇਆ ਤੇ ਮੈਂ ਗੋਡੇ ਫੜਨ ਲੱਗਾ, ਇੰਨੇ ਕਹਿ ਤਾ। ਮੈਂ ਕਿਹਾ ਅੰਕਲ ਜੀ ਮੈਂ ਨਾ ਖਬਰ ਲੈ ਕੇ ਆਇਆ ਸੀ, ਮੈਂ DM ਭਰਤੀ ਹੋ ਗਿਆ। ਤੂੰ DM ਲੱਗ ਗਿਆ? ਉਹ ਸਰਦਾਰ ਜੀ ਤੂੰ ਗੋਡੇ ਫੜ ਲਾ ਬਾਲ ਕਹਿੰਦੇ, ਉਹਨਾਂ ਨੂੰ ਮੇਰੇ ਪੈਰ ਗੋਡੇ ਫੜਾਤਾ। ਮੈਂ ਕਿਹਾ ਅੰਕਲ ਜੀ, ਕਹਿੰਦੇ ਇਹ ਤੂੰ ਤਾਂ MP ਬਣਨਾ ਕਿ ਨਹੀਂ ਬਣਨਾ, ਇਹ DM ਬਣ ਗਿਆ। ਅੱਛਾ, ਪਰਚੀ ਵੀ ਅੰਦਰ ਜਾ ਕੇ ਅਫਸਰ ਬਣ ਗਿਆ। ਯਾਨੀ ਕਹਿੰਦਾ ਉਹ ਮੈਂ ਗੋਡੀ ਹੱਥ ਲਾਉਣ ਲੱਗਾ, ਉਹਨੇ ਮੇਰੇ ਗੋਡੀ ਹੱਥ ਲਾਤਾ। ਯਾਨੀ ਇਦਾਂ ਦੇ ਕਿੱਸੇ ਜਿਹੜੇ ਆ ਉਹ ਬੜੇ ਫੁੱਲ ਲਾਈਫ ਨਾਲ ਭਰੀ ਪਈ ਆ। ਇਸੇ ਸਾਰੇ ਛੰਕਾਟਾ ਨਿਕਲਿਆ। ਕਿਆ ਬਾਤ ਹੈ, ਬਹੁਤ ਵਧੀਆ। ਔਰ ਜੋ ਛਨਕਾਟਾ ਨਿਕਲਿਆ ਔਰ ਜੋ ਅਸੀਂ ਸੁਣਿਆ, ਉਹ ਜਿਹਨੂੰ ਇੰਜੋਏ ਕੀਤਾ, ਪੂਰੇ ਪੰਜਾਬ ਨੇ ਇੰਜੋਏ ਕੀਤਾ। ਉਹ ਇੱਕ ਜ਼ਿੰਦਗੀ ਹੈ ਆਪਣੇ ਆਪ ਦੇ ਵਿੱਚ ਜੋ ਪੰਜਾਬ ਨੇ ਜੀ ਕੇ ਦੇਖੀ ਹੈ, ਔਰ ਉਸ ਦਾ ਸਾਰਾ ਸ਼੍ਰੇਅ ਜਿਹੜਾ ਹੈਗਾ ਤੁਹਾਨੂੰ ਤੇ ਭੱਲਾ ਸਾਹਿਬ ਨੂੰ ਜਾਂਦਾ ਹੈ। ਸੋ ਇੱਕ ਕਹਿੰਦੇ ਨਾ ਕਿ ਜੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਗਮ ਹੁੰਦੇ ਨੇ, ਦੁੱਖ ਹੁੰਦੇ ਨੇ, ਸਟਰਗਲ ਹੁੰਦਾ, ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਹੁੰਦਾ, ਪਰ ਉਸ ਨੂੰ 2 ਪਲ ਖੁਸ਼ੀ ਦੇ ਮਿਲ ਜਾਣ, ਉਸ ਦੇ ਲਈ ਬਹੁਤ ਕੀਮਤੀ ਹੁੰਦੇ ਨੇ। ਔਰ ਤੁਹਾਡੀਆਂ ਕੈਸਟਾਂ ਸੁਣ ਕੇ ਪਤਾ ਨਹੀਂ ਕਿੰਨਿਆਂ ਨੇ ਆਪਣੀ ਉਹ ਜਿਹੜੇ ਦੁੱਖਾਂ ਭਰੀ ਜ਼ਿੰਦਗੀ ਨੂੰ ਖੁਸ਼ੀ ਦੇ ਵਿੱਚ ਤਬਦੀਲ ਕੀਤਾ। ਸੋ ਤੁਸੀਂ ਇੱਕ ਇੱਦਾਂ ਦਾ ਕੰਮ ਕੀਤਾ ਹੈ ਜੋ ਕਿ ਸ਼ਲਾਘਾ ਤੇ ਜਿਹਦੀ ਹੈਗੀ ਹੋਈ ਹੈ, ਉਸ ਦੇ ਨਾਲ ਹੀ ਨਾਲ ਬਹੁਤ ਸਾਰੀਆਂ ਦੁਆਵਾਂ ਵੀ ਨੇ ਜਿਹੜੀਆਂ ਤੁਹਾਨੂੰ ਸਾਰੇ ਦਰਸ਼ਕਾਂ ਨੇ ਜਿਹੜੀਆਂ ਉਹ ਸਰੋਤਿਆਂ ਨੇ ਦਿੱਤੀਆਂ ਨੇ। ਮੈਨੂੰ ਬਹੁਤ ਚੰਗਾ ਲੱਗਾ ਜਿੱਦਾਂ ਤੁਸੀਂ ਬਿਆਨ ਕੀਤਾ। ਛਨਕਾਟਾ ਨੂੰ ਜਦੋਂ ਅਸੀਂ ਕੰਪਲੀਮੈਂਟ ਉਹਦੇ ਡਿਸਕਸ ਕਰਦੇ ਸ਼ੇਖਰ ਜੀ, ਤਾਂ 2-3 ਸਾਨੂੰ ਕੰਪਲੀਮੈਂਟ ਜਿਹੜੇ ਵਰਥ ਕੋਟਿੰਗ ਮੈਂ ਕਹੂੰਗਾ। ਇੱਕ ਵਾਰੀ ਭੱਲਾ ਸਾਹਿਬ ਤੇ ਮੈਂ ਅਜੀਤ ਅਖਬਾਰ ਦੇ ਮਾਲਕ ਬਰਜਿੰਦਰ ਹਮਦਰਦ ਜੀ, ਅਸੀਂ ਉਹਨਾਂ ਕੋਲ ਬੈਠੇ ਸੀਗੇ ਤੇ ਬਹੁਤ ਪਿਆਰ ਕਰਦੇ ਸਾਨੂੰ। ਉਹਨਾਂ ਨੇ ਸਾਨੂੰ ਜੋ ਗੱਲ ਸੁਣਾਈ, ਮਨ ਬਾਗੋ ਬਾਗ ਹੋ ਗਿਆ। ਉਹ ਕਹਿੰਦੇ ਭੱਲਾ ਜੀ ਸ਼ਰਮਾ ਜੀ ਮੇਰਾ ਕੋਈ ਮਿੱਤਰ ਆ, ਬਹੁਤ ਵੱਡਾ ਡਾਕਟਰ ਕਾਰਡੀਓਲੋਜਿਸਟ ਅੰਮ੍ਰਿਤਸਰ 'ਚ, ਤੇ ਜਦੋਂ ਉਹ ਕਿਸੇ ਪੇਸ਼ੈਂਟ ਨੂੰ ਲਿਖ ਕੇ ਦਵਾਈ ਦਿੰਦਾ, ਅਖੀਰ 'ਚ ਪ੍ਰਸਕ੍ਰਾਈਬ ਕਰਦਾ ਛਨਕਾਟਾ ਸੁਣਿਆ ਕਰੋ। ਕਿਆ ਬਾਤ ਹੈ, ਦਿਲ ਦਾ ਡਾਕਟਰ। ਤੇ ਸਾਨੂੰ ਲੱਗਾ ਇਹ ਤੋਂ ਵੱਡਾ ਕੰਪਲੀਮੈਂਟ ਕਿਸੇ ਦਾ ਦਿਲ ਦਾ ਡਾਕਟਰ ਰਿਕਮੈਂਡ ਕਰਦਾ। ਔਰ ਇਸੇ ਤਰ੍ਹਾਂ ਸਾਨੂੰ ਇੱਕ ਕੰਪਲੀਮੈਂਟ ਮਿਲਿਆ। ਆਪਣੇ ਸਾਰਿਆਂ ਦੇ ਬਹੁਤ ਰਿਸਪੈਕਟਡ ਆ, ਆਪਾਂ ਸਾਰੇ ਬਹੁਤ ਪਿਆਰ ਕਰਦੇ ਸੀ, ਹੁਣ ਦੁਨੀਆ 'ਚ ਨਹੀਂ ਰਹੇ। ਜਗਜੀਤ ਸਿੰਘ ਗਜ਼ਲਾਂ ਵਾਲੇ, ਗਜ਼ਲ ਕਿੰਗ, ਉਹ ਜਲੰਧਰ ਤੋਂ ਬਚ ਕੇ ਮੋੜ ਤੋਂ ਇੱਕ ਪ੍ਰੋਗਰਾਮ ਸੀ TV ਦਾ, ਉਹਦੀ ਰਿਕਾਰਡਿੰਗ ਕਰਾ ਕੇ ਵਾਪਸ ਬੰਬੇ ਜਾਣਾ ਸੀ ਤੇ ਉਹਨਾਂ ਨੇ ਬਾਈ ਰੋਡ ਦਿੱਲੀ ਜਾਣਾ ਸੀ। ਤੇ ਲੁਧਿਆਣੇ ਆ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਸੀਰੀਅਸ ਹਾਰਟ ਦੀ, ਤੇ ਉਹ ਐਡਮਿਟ ਹੋ ਗਏ। ਹਫਤਾ ਉਹਨਾਂ ਨੂੰ ਰੈਸਟ ਕਰਨ ਵੀ ਡਾਕਟਰ ਨੇ ਬੈੱਡ ਰੈਸਟ ਕਰਤੀ। ਓਸਵਾਲ ਇੰਡਸਟਰੀ ਦੇ ਮਾਲਕ ਦੋਸਤ ਸੀ ਉਹਨਾਂ ਦੇ, ਉਹ ਜਦੋਂ ਉਹਨਾਂ ਦੇ ਕੋਲ ਗਏ ਤਾਂ ਉਹਨਾਂ ਨੇ ਪੁੱਛਿਆ ਵੀ ਹਫਤਾ ਤੁਸੀਂ ਜਗਜੀਤ ਰੈਸਟ ਕਰਨੀ ਆ, ਤੁਹਾਡੀ ਕੋਈ ਖਵਾਸ਼, ਤੁਸੀਂ ਇੱਥੇ ਹਫਤਾ ਕਮਰੇ 'ਚ ਰਹਿਣਾ, ਤਾਂ ਤੁਹਾਨੂੰ ਮੈਂ ਕੀ ਸੇਵਾ ਕਰ ਸਕਦਾ? ਉਹ ਕਹਿੰਦੇ 5-4 ਛਨਕਾਟੇ ਮੈਨੂੰ ਲਿਆ ਦਿਓ। ਅਸੀਂ ਸੋਚਿਆ ਵੀ ਅਸੀਂ ਉਹਨਾਂ ਦੇ ਫੈਨ ਆ, ਉਹ ਸਾਡੇ ਫੈਨ ਆ। ਸੋ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਇਹ ਛਨਕਾਟਿਆਂ ਨੇ ਮੁਕਾਮ ਹਾਸਲ ਕੀਤਾ ਤਾਂ ਵਾਕਈ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਸਮਾਜ ਵਿੱਚ ਟੈਨਸ਼ਨਾਂ ਬਹੁਤ ਆ, ਹਾਸੇ ਵੰਡਦੇ ਰਹੀਏ। ਛਨਕਾਟਾ ਆ ਸਕਦਾ ਦੁਬਾਰਾ ਫਿਰ? ਬਿਲਕੁਲ ਜੀ, ਛਨਕਾਟਾ ਕਿਉਂ ਨਹੀਂ ਆ ਸਕਦਾ, ਬੜੀ ਡਿਮਾਂਡ ਆ। ਭੱਲਾ ਸਾਹਿਬ ਨਾਲ ਅੱਜ ਹੀ ਸਵੇਰੇ ਗੱਲ ਹੋ ਰਹੀ ਸੀ ਕਿ ਕੁਝ ਕੰਪਨੀਆਂ, ਕੁਝ ਪੋਰਟਲ, ਕੁਝ ਚੈਨਲਸ, ਕੁਝ ਵੱਡੇ ਨਾਮ ਜਿਹੜੇ ਇੰਡਸਟਰੀ ਦੇ, ਉਹ ਅਪਰੋਚ ਕਰ ਰਹੇ ਭੱਲਾ ਸਾਹਿਬ ਨੂੰ ਕਿ ਆਪਾਂ ਇਹਨੂੰ ਕਿਸੇ ਫਾਰਮੈਟ ਵਿੱਚ ਦੁਬਾਰਾ ਪੇਸ਼ ਕਰੀਏ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਛਨਕਾਟਾ ਵਨਸ ਅਗੇਨ। ਕਿਆ ਬਾਤ ਹੈ, ਇੱਕ ਨਵੀਂ ਸ਼ੁਰੂਆਤ ਹੋਏਗੀ, ਇੱਕ ਨਵਾਂ ਏਰਾ ਸ਼ੁਰੂ ਹੋਏਗਾ। ਸੋ ਵਿਸ਼ ਯੂ ਆਲ ਦੀ ਬੈਸਟ। ਜਿੰਨੀਆਂ ਵੀ ਤੁਹਾਡੀਆਂ ਕੋਸ਼ਿਸ਼ਾਂ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਵੀ ਤੇ ਉਹਨਾਂ ਨੂੰ ਖੁਸ਼ੀ ਦੇ ਪਲ ਦੇਣ ਦੇ ਲਈ ਵੀ, ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਇਹੀ ਸਾਡੀ ਦੁਆ ਹੈਗੀ। ਸ਼ੇਖਰ ਜੀ ਤੁਹਾਡਾ ਤੇ ਹਮਦਰਦ ਚੈਨਲ ਦਾ, ਅਮਰ ਸਿੰਘ ਭੁੱਲਰ ਜੀ ਦਾ ਮੈਂ ਦਿਲੋਂ ਧੰਨਵਾਦ ਕਰੂੰਗਾ। ਭੱਲਾ ਸਾਹਿਬ ਵੱਲੋਂ, ਨੀਲੂ ਵੱਲੋਂ, ਛਨਕਾਟਾ ਵੱਲੋਂ ਤੁਸੀਂ ਸਾਨੂੰ ਆਪਣੇ ਚੈਨਲ ਜ਼ਰੀਏ ਲੱਖਾਂ ਪੰਜਾਬੀ ਦੇ ਰੂਬਰੂ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਔਰ ਆਪਣਾ ਤੁਹਾਨੂੰ ਜੀ ਪ੍ਰੋਮਿਸ ਹੈ ਕਿ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਦੇਸੀ ਕਲਾਕਾਰ ਦੇ ਨਾਲ ਜ਼ਰੂਰ ਮਿਲਾਵਾਂਗੇ। ਆਈ ਹੋਪ ਤੁਹਾਨੂੰ ਅੱਜ ਦਾ ਇਹ ਐਪੀਸੋਡ ਚੰਗਾ ਲੱਗਿਆ ਹੋਵੇਗਾ ਔਰ ਤੁਸੀਂ ਖੂਬ ਇੰਜੋਏ ਕੀਤਾ ਹੋਊਗਾ। ਪਰ ਤੁਸੀਂ ਕਿਤੇ ਨਹੀਂ ਜਾਣਾ, ਟਿਕ ਕੇ ਬੈਠ ਕੇ ਦੇਖਦੇ ਰਹਿਣਾ ਹਮਦਰਦ TV, ਕਿਉਂਕਿ ਹੋਰ ਬਹੁਤ ਸਾਰੇ ਪ੍ਰੋਗਰਾਮ ਆਉਣ ਵਾਲੇ ਨੇ। ਟੇਕ ਕੇਅਰ।
ਐਬਸੋਲਿਊਟ ਦੇਸੀ ਮੁੰਡਾ ਪਿੱਛੇ ਨਹੀਂ ਉਹ ਹਟਦਾ ਇੰਚ ਸਾਡਾ ਏ ਉੱਚਾ ਬੱਲੀਏ ਛੇਤੀ ਦਿਲ ਨਹੀਂ ਹਰਦਾ ਉਹ ਮੈਂ ਕਿਹਾ ਮੈਂ ਐਬਸੋਲਿਊਟ ਦੇਸੀ ਮੈਂ ਕਿਹਾ ਮੈਂ ਲੋਈ ਅਖਤਰ ਸ਼ੇਖਰ ਰਾਏ